हाँ जी, अस्सलाम वालेकुम। तुसी देख रहे बिजली पंजाबी। लो जी मैं वीडियो लैके जिहदे च शेयर करांगे चैप्टर नंबर 6 है चीकू चकमूने दा। ते चीकू चकमूने दा चैप्टर नंबर 6 और पार्ट हैगा 1। चीकू चकमूने दा चैप्टर 6 और पार्ट 1 ਵੱਧ ਤੋਂ ਵੱਧ शेयर करना है। कम से कम उन्होंने बंदे तक जरूर शेयर करना जिन्होंने बी किया होया, क्योंकि उन्होंने पता लगे कि सी करना भी औखा नहीं है भी, तो सी करना नहीं औखा और चीकू ची उहदे नालों भी वध सौखा वे। तो शुरू करते हैं जी चैप्टर नंबर 6 चीकू जी कमूने दा। ते जिहड़ा रेगुलेमेंट है ची जिहड़ा कानून हैगा ची नंबर 561/12/2006 ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਕੀ ਹੈ ਕਿ ਇਹ ਜੀ ਤਾਕੀਗ੍ਰਾਫੋ ਓਬਲੀਗੋਟੋਰੀਓ, ਜਿਹਦੇ ਵਿੱਚ ਜਿਹੜਾ ਕਿ ਲਾਜ਼ਮੀ ਕਰਦਾ ਸਾਡੇ 'ਤੇ ਤਾਕੀਗ੍ਰਾਫ ਓਬਲੀਗੋਟੋਰੀਓ, ਜਿਹੜਾ ਕਿ ਲਾਜ਼ਮੀ ਕਰਦਾ ਕਿ ਅਸੀਂ ਤਾਕੀਗ੍ਰਾਫ ਯੂਜ਼ ਕਰਨਾ, ਤਾਕੀਗ੍ਰਾਫ ਤੋਂ ਬਗੈਰ ਗੱਡੀ ਨਹੀਂ ਚਲਾਉਂਦੀ। ਬੇਸਿਕਲੀ ਕਿਹਦੇ ਲਈ ਹੁੰਦਾ ਹੈ? MCPC ਮਾਸਾ ਕੰਪਲੈਸਿਵਾ ਪੇਜ਼ੋ ਕਾਰੀਕੋ ਸੁਪਰੀਅਰ ਸਾਡੇ 'ਤੇ ਰਹਿਣ, ਜਿਹੜੀ ਗੱਡੀਆਂ 3.5 ਟਨ ਸੁਪਰ ਉੱਪਰ ਹੋਣਗੀਆਂ ਉਹਨਾਂ ਨੂੰ ਲਾਜ਼ਮੀ ਹੋ ਜਾਂਦਾ, ਓਬਲੀਗੋਟੋਰੀ ਹੋ ਜਾਂਦੀ। ਜਿਵੇਂ ਕਿ ਅਸੀਂ ਸੀ ਦੇ ਵਿੱਚ ਪਹਿਲਾ ਚੈਪਟਰ ਹੈ ਉਹਦੇ ਵਿੱਚ ਪੜ੍ਹਿਆ ਹੋਇਆ ਡਿਟੇਲ ਦੇ ਨਾਲ ਕਿ ਜਿਹੜੀ ਗੱਡੀ MCPC ਮਾਸਾ ਕੰਪਲੈਸਿਵਾ, MCPC ਗੱਲ ਵਗੈਰਾ ਨਹੀਂ ਸਮਝਣੀ ਕੋਈ, ਮਾਸਾ ਕੰਪਲੈਸਿਵਾ ਪੇਜ਼ੋ ਕਾਰੀਕੋ ਹੁੰਦਾ ਹੈ। ਸੁਪਰੀਅਰ ਸਾਡੇ 'ਤੇ ਰਹਿਣ, ਜਿਹੜਾ ਗੱਡੀ ਦਾ ਵਜ਼ਨ 3.5 ਟਨ ਸੁਪਰ ਉੱਪਰ ਹੋਵੇਗਾ, ਉਹ ਗੱਡੀ ਜਿਹੜੀ ਹੈ ਉਹਨੂੰ ਓਬਲੀਗੇਟੋਰੀ ਹੋ ਜਾਏਗਾ ਤਾਕੋਗ੍ਰਾਫ ਓਬਲੀਗੇਟੋਰੀ, ਯਾਨੀ ਕਿ ਕਾਰ ਤਾਕੋਗ੍ਰਾਫਿਕ ਜਿਹੜਾ ਹੁੰਦਾ, ਜਾਂ ਫਿਰ ਕਾਰ ਤਾਕੋਗ੍ਰਾਫਿਕ ਪੁਰਾਣੀ ਗੱਡੀਆਂ ਜਿਹੜੀਆਂ ਹੁੰਦੇ ਉਹਨਾਂ ਦੀ ਡਿਸਕ ਵਾਲਾ ਸਿਸਟਮ ਹੁੰਦਾ, ਡਿਸਕ ਵਿੱਚ ਰੱਖਣਾ ਕਿ ਲਿਮਿਟਡ ਟਾਈਪ ਦੇ ਆਵਰਸ ਜਿਹੜੇ ਨੇ ਅਸੀਂ ਕੰਮ ਕਰ ਸਕਦੇ ਹਾਂ। ਨੋਰਮਲੀ ਜਨਰਲੀ 9 ਘੰਟੇ ਦਿੰਦੇ, ਮੈਕਸੀਮਮ 2 ਦਿਨਾਂ ਵਿੱਚ 10 ਘੰਟੇ ਦਿੰਦੇ, ਅਤੇ ਜਿਹਦੇ ਵਿੱਚ ਸਾਰੇ ਜੇ ਕੋਂਸਟੈਂਟਲੀ ਅਸੀਂ ਚਲਾਉਣੀ ਹੈ ਗੱਡੀ ਦੇ, ਅਸੀਂ ਉਹਦੇ ਵਿੱਚ 4.5 ਘੰਟੇ ਮੁਸਲਸਲ ਗੱਡੀ ਚਲਾ ਸਕਦੇ ਹਾਂ। ਉਹਦੇ ਤੋਂ ਬਾਅਦ ਅਸੀਂ 45 ਮਿੰਟ ਰਿਪੋਜ਼ ਕਰਨਾ ਹੀ ਕਰਨਾ ਹੁੰਦਾ ਹੈ, ਜਾਂ ਫਿਰ 2 ਫਰਾਜ਼ੀ ਦੇ ਵਿੱਚ ਤਕਸੀਮ ਕਰੀਏ ਅਸੀਂ ਰਿਪੋਜ਼ ਤੋਂ। ਪਹਿਲਾ ਰਿਪੋਜ਼ ਅਸੀਂ 2-3 ਘੰਟਿਆਂ ਬਾਅਦ 15 ਮਿੰਟ ਕਰਨਾ ਹੁੰਦਾ, ਦੂਸਰਾ ਰਿਪੋਜ਼ ਅਸੀਂ 2-3 ਘੰਟਿਆਂ ਬਾਅਦ ਅੱਧਾ ਘੰਟਾ ਕਰਨਾ ਹੁੰਦਾ ਹੈ। ਅਤੇ ਜਿਹੜਾ ਕਿ ਅਸੀਂ ਸੀ ਦੇ ਪਹਿਲੇ ਚੈਪਟਰ ਵਿੱਚ ਪੜ੍ਹਿਆ ਹੋਇਆ, ਅੱਗੇ ਮਜ਼ੀਦ ਮੈਂ ਡਿਟੇਲ ਨਾਲ ਤੁਹਾਨੂੰ ਦੱਸਾਂਗਾ। ਕਿਹਨਾਂ ਲਈ ਲਾਜ਼ਮੀ ਹੈ ਜੀ ਇਹ ਤਾਕੋਗ੍ਰਾਫ ਓਬਲੀਗੇਟੋਰੀਓ? MCPC ਮਾਸਾ ਕੰਪਲੈਸਿਵਾ ਪੇਜ਼ੋ ਕਾਰੀਕੋ, ਸਾਡੇ ਸੁਪਰੀਅਰ ਸਾਡੇ 'ਤੇ ਜਿਹੜੇ ਟਰੱਕ ਵਗੈਰਾ ਨੇ, ਬਿਲਕੁਲ ਹੀ ਸਮਾਨ ਟਰਾਂਸਪੋਰਟ ਕਰਨ ਵਾਲੀਆਂ ਗੱਡੀਆਂ 3.5 ਸੁਪਰ ਉੱਪਰ ਨੇ। ਔਰ ਜਾਂ ਫਿਰ ਜਿਹੜੀਆਂ ਗੱਡੀਆਂ 9 ਤੋਂ ਪਲੱਸ ਪਰਸਨ ਨੇ, ਪਲੱਸ ਯਾਨੀ ਕਿ 9 ਤੋਂ ਵੱਧ ਬੰਦੇ ਜਿਹੜੇ ਨੇ, ਕਿਉਂਕਿ ਮੈਕਸੀਮਮ 9 ਪਰਸਨ ਜਿਹੜੇ ਹੁੰਦੀਆਂ ਕੰਪਰੈਸੋ ਕੰਦੂਜਿਆਂ 'ਤੇ, ਉਹ ਤਾਂ 20 ਦੀ ਕੈਟੇਗਰੀ ਆ ਜਾਂਦੀਆਂ, ਯਾਨੀ ਕਿ 9 ਤੋਂ ਵੱਧ ਬੰਦੇ ਹੋਏ ਕੰਪਰੈਸੋ ਕੰਦੂਜਿਆਂ 'ਤੇ ਡਰਾਈਵਰ ਸਮੇਤ, ਯਾਨੀ ਕਿ 10 ਜਾਂ ਜਿਤਨੇ ਮਰਜ਼ੀ ਬੰਦੇ ਹੋ ਜਾਣ, 9 ਤੋਂ ਵੱਧ ਹੋ ਜਾਣ, ਤਾਂ ਉਹਦੇ ਲਈ ਵੀ ਫਿਰ ਤਾਕੋਗ੍ਰਾਫ ਓਬਲੀਗੇਟੋਰੀਓ ਹੋ ਜਾਂਦਾ ਹੈ, ਜਿਵੇਂ ਕਿ ਸਾਨੂੰ ਪਤਾ ਹੈ। ਇਹਦੇ ਵਿੱਚ ਜਿਹੜਾ ਇਹ ਕਾਨੂੰਨ ਜਿਹੜਾ ਹੈ ਇਹ ਬੇਸਿਕਲੀ ਲਾਗੂ ਹੁੰਦਾ ਹੈ ਜਦ ਤੁਸੀਂ ਯੂਰਪੀਅਨ ਯੂਨੀਅਨ ਵਿੱਚ, ਯੂਨੀਅਨ ਯੂਰੋਪਾ ਵਿੱਚ ਜੇ ਤੁਸੀਂ ਟਰਾਂਸਪੋਰਟ ਕਰਦੇ ਹੋ। ਤਾਂ ਯੂਨੀਅਨ ਯੂਰੋਪਾ ਜਿਹੜੀਆਂ ਕਿਹੜੀ ਕੰਟਰੀਆਂ, UE ਦੀਆਂ ਕੰਟਰੀਆਂ ਜਿਹੜੀਆਂ UE ਯੂਰਪੀਅਨ ਯੂਨੀਅਨ ਨੂੰ ਮੰਨਦੀਆਂ ਨੇ, ਇਸ ਤੋਂ ਇਲਾਵਾ ਕਿਹੜੀਆਂ ਕੰਟਰੀਆਂ ਜਿਹੜੀਆਂ ਕਿ EFTA ਨੂੰ ਮੰਨਦੀਆਂ ਨੇ। EFTA ਨੂੰ ਸਾਨੂੰ ਪਤਾ ਹੈ ਕਿ ਜਿਹੜੀ ਮੰਨਦੀਆਂ ਨੇ ਕੰਟਰੀਆਂ, ਜਿਵੇਂ ਕਿ ਆਪਣਾ ਸਵਿਟਜ਼ਰਲੈਂਡ ਹੋ ਗਿਆ, ਜਿਵੇਂ ਕਿ ਨਾਰਵੇ ਹੋ ਗਿਆ, ਜਿਵੇਂ ਕਿ ਉਹ ਆਈਸਲੈਂਡ ਵਗੈਰਾ। ਫਿਰ ਸਪਾਜ਼ੀਓ ਇਕਨੋਮਿਕੋ ਯੂਰੋਪਾ ਜਿਹੜੀ ਕੰਟਰੀਆਂ ਮੰਨਦੀਆਂ ਨੇ, ਠੀਕ ਹੈ। SEE ਸਪਾਜ਼ੀਓ ਇਕਨੋਮਿਕੋ ਸਵੀਡਨ, ਨਾਰਵੇ, ਨਾਰਵੇ, ਇਹ ਜਿਹੜੀਆਂ ਕੰਟਰੀਆਂ ਨੇ ਸਪਾਜ਼ੀਓ ਇਕਨੋਮਿਕੋ ਯੂਰੋਪਾ, ਇਹ ਕੰਟਰੀਆਂ ਵੀ ਇਸ ਕਾਨੂੰਨ ਦੇ ਅੰਡਰ ਆਉਂਦੀਆਂ ਨੇ। ਸਪਾਜ਼ੀਓ SEE ਜਿਹਨੂੰ ਸਪਾਜ਼ੀਓ ਇਕਨੋਮਿਕ ਆਉਂਦੀਆਂ ਨੇ, ਯਾਨੀ ਕਿ EFTA, UE, SEE, ਇਹ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਇਹ ਇਸ ਕਾਨੂੰਨ ਨੂੰ ਮੰਨਣਗੀਆਂ, ਜਿਹੜਾ ਕਿ 561/12/2006 ਹੈਗਾ। ਜੇ ਤੁਸੀਂ ਇਹ ਤਾਂ ਯੂਰਪੀਅਨ ਯੂਨੀਅਨ ਵਿੱਚ ਟਰਾਂਸਪੋਰਟ ਕਰੋ ਤਾਂ ਇੱਦਾਂ ਹੀ ਚਾਹੀਦਾ ਹੈ। ਜੇ ਤੁਸੀਂ ਯੂਰਪੀਅਨ ਯੂਨੀਅਨ 'ਚੋਂ ਬਾਹਰ ਟਰਾਂਸਪੋਰਟ ਕਰਦੇ ਫਿਰ ਕੀ? ਯੂਰਪੀਅਨ ਯੂਨੀਅਨ ਲਈ ਇਹ ਕਾਨੂੰਨ ਹੈ ਜੀ। ਯੂਰਪੀਅਨ ਯੂਨੀਅਨ ਤੋਂ ਬਾਹਰ ਟਰਾਂਸਪੋਰਟ ਕਰੋਗੇ ਤਾਂ ਏਤਰ, AETR, A ਐਪਲ ਵਾਲਾ, E ਐਲੀਫੈਂਟ ਵਾਲਾ, AETR, Accordo Europeo Relativo ਜਿਹੜਾ ਅਕੋਰਡੋ ਹੈਗਾ ਰਿਲੇਟਿਵ ਟਰਾਂਸਪੋਰਟ ਇੰਟਰਨੈਸ਼ਨਲ ਲਈ ਉਸ ਤਰ੍ਹਾਂ ਦਾ ਰੋਡ ਦੇ ਉੱਤੇ ਐਤਰ, ਇਹਨੂੰ ਕਹਿੰਦੇ ਨੇ ਐਤਰ, AETR। ਜੇ ਤੁਸੀਂ ਯੂਰਪੀਅਨ ਯੂਨੀਅਨ 'ਚੋਂ ਅਤੇ EFTA 'ਚੋਂ ਔਰ SEE 'ਚੋਂ ਇਲਾਵਾ ਕਿਸੇ ਹੋਰ ਕੰਟਰੀ ਟਰਾਂਸਪੋਰਟ ਕਰਨਾ, ਤੇ ਜਿਵੇਂ ਕਿ ਮੰਨ ਲਓ ਫੋਰ ਐਗਜ਼ਾਮਪਲ
ਜੇ ਤਾਂ ਮੈਂ ਸਵਿਟਜ਼ਰਲੈਂਡ ਵਿੱਚ ਟਰਾਂਸਫਰ ਕਰਾਂ ਭਾਵੇਂ ਯੂ ਚ ਬਾਹਰ, ਲੇਕਿਨ ਉਹ ਐਫਤਾ ਦਾ ਮੈਂਬਰ ਹੈ। ਲੇਕਿਨ ਜੇ ਮੈਂ ਆਈਸਲੈਂਡ ਵਗੈਰਾ ਜਾਂ ਸਵੀਡਨ ਵਿੱਚ ਟਰਾਂਸਪੋਰਟ ਕਰਾਂਗਾ, ਉਹ ਸਪਾਈਸ ਇਕਨੋਮਿਕਾ ਦਾ ਮੈਂਬਰ ਹੈ ਜਾਂ ਫਿਰ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਉੱਥੇ ਤਾਂ ਸਾਨੂੰ 561 ਰੈਗੂਲੇਮੈਂਟ ਜਿਹੜਾ ਕਾਨੂੰਨ ਹੈਗਾ 561 2006 ਇਹੋ ਹੀ ਚੱਲੇਗਾ। ਜੇ ਮੰਨ ਲਓ ਇਹਨਾਂ ਕੰਟਰੀਆਂ ਵਿੱਚੋਂ ਮੈਂ ਬਾਹਰ ਲੈ ਕੇ ਜਾਂਦਾ, ਰਸ਼ੀਆ ਵਿੱਚ ਫੋਰ ਐਗਜ਼ਾਮਪਲ ਲੈ ਕੇ ਜਾਂਦਾ, ਤੁਰਕੀ ਲੈ ਕੇ ਜਾਂਦਾ, ਹੁਣ ਉਹ ਕੀ ਹੈ, ਉਹ ਨਾ ਐਫਤਾ ਨੂੰ ਹੈ, ਨਾ ਯੂਈ ਨੂੰ, ਨਾ SEE ਨੂੰ ਮੰਨਦੀਆਂ ਨੇ। ਯਾਨੀ ਕਿ ਐਫਤਾ ਨੂੰ ਵੀ ਨਹੀਂ ਮੰਨਦੀਆਂ, ਯੂਰਪੀਅਨ ਯੂਨੀਅਨ ਨੂੰ ਮੰਨਦੀਆਂ, ਅਤੇ ਸਪਾਈਸ ਇਕਨੋਮਿਕਾ ਨੂੰ ਵੀ ਨਹੀਂ ਮੰਨਦੀਆਂ, ਨਾ ਸਵਿਟਜ਼ਰਲੈਂਡ ਵਿੱਚ। ਜਦ ਨਹੀਂ ਮੰਨਦੀਆਂ ਤਾਂ ਫਿਰ ਉਹਨਾਂ ਲਈ ਲਾਗੂ ਹੋਵੇਗਾ ਕਾਨੂੰਨ ਏਤਰ ਦਾ, ਜਿਹੜਾ ਮੈਂ ਗੱਲ ਕਰ ਰਿਹਾ ਤੁਹਾਨੂੰ AETR, ਠੀਕ ਹੈ। ਅਤੇ ਗੱਲ ਕਰਾਂਗੇ ਅਸੀਂ ਜੀ ਹੁਣ ਪਹਿਲੇ ਕੁਐਸਚਨ ਦੇ ਬਾਰੇ। ਪਹਿਲਾ ਕੁਐਸਚਨ ਸਟਾਰਟ ਕਰਾਂਗੇ ਅਸੀਂ, ਯਾਨੀ ਕਿ ਜੇ ਜਾਂ ਤਾਂ ਇਹਨੂੰ ਮੰਨਣਗੀਆਂ ਐਫਤਾ, UE ਅਤੇ SEE ਸਪਾਈਸ ਇਕਨੋਮਿਕਾ ਵਿਰੋਪਾ, ਅਤੇ ਫਿਰ ਤਾਂ ਅਸੀਂ ਕਾਨੂੰਨ ਲਾਗੂ ਹੋ ਜਾਂਦਾ ਹੈ 561। ਜੇ ਇਹਦੇ ਵਿੱਚ ਹੀ ਟਰਾਂਸਫਰ ਕਰਨੀ ਹੈ ਤਾਂ 561 12 2006। ਜੇ ਇਹਦੇ 'ਚੋਂ ਬਾਹਰ ਟਰਾਂਸਫਰ ਕਰਨੀ ਹੈ ਤਾਂ ਫਿਰ ਤਾਂ ਕਾਨੂੰਨ ਲਾਗੂ ਹੋਵੇਗਾ ਏਤਰ ਦਾ। ਅਤੇ ਜੇ ਯੂਰਪੀਅਨ ਯੂਨੀਅਨ 'ਚ ਬਾਹਰ ਟਰਾਂਸਫਰ ਕਰਨਾ ਤਾਂ ਰਸ਼ੀਆ ਵਿੱਚ ਜਾਂ ਤੁਰਕੀ ਵਿੱਚ ਮੰਨ ਲਓ। ਕਹਿੰਦੇ ਨੇ ਵੀ ਪਹਿਲਾ ਕੁਐਸਚਨ ਹੈਗਾ ਜੀ ਸਾਡੇ ਕੋਲ, ਰੈਗੂਲੇਮੈਂਟ ਨੰਬਰ 561 12 2006 GE इन ਮਟੀਰੀਅਲ ਦੀ ਦੁਰਾਨਤਾ ਮਾਸੀਮਾ ਦੀ ਵਿਧਾ। ਮਟੀਰੀਅਲ ਜਿਹੜਾ ਮੈਕਸੀਮਮ ਡਰਾਈਵ ਕਰਨੇ ਦਾ, ਯਾਨੀ ਕਿ ਮਟੀਰੀਅਲ ਹੈ, ਯਾਨੀ ਕਿ ਮੈਕਸੀਮਮ ਜਿਹੜਾ ਤੁਸੀਂ ਡਰਾਈਵ ਕਰ ਸਕਦੇ ਹੋ, ਨਾਲਾ ਆਟੋ ਟਰਾਂਸਪੋਰਟ ਤੋਂ ਦੀ ਮਰਜ਼ੀ ਜਿਹੜੀ ਸਮਾਰਟ ਟਰਾਂਸਪੋਰਟ ਕਰਨ ਵਾਲੀ ਹੈਗੀ ਹੈ। ਕਹਿੰਦੇ ਵੀ ਜਿਹੜਾ ਮੈਕਸੀਮਮ ਟਾਈਮ ਹੈ ਡਰਾਈਵ ਮੈਕਸੀਮਮ ਦੀ ਵਿਧਾ, ਦੁਰਾਨਤਾ ਮਾਸੀਮਾ ਦੀ ਵਿਧਾ, ਇਹ ਜਿਹੜਾ ਰੈਗੂਲੇਮੈਂਟ ਹੈ ਨਾ 561 12 2006, ਇਹ ਰੈਗੂਲਰ ਕਰਦਾ ਮੈਕਸੀਮਮ ਟਾਈਮ ਡਰਾਈਵ ਕਰਨੇ ਦਾ। ਆਟੋ ਟਰਾਂਸਪੋਰਟ ਮਰਜ਼ੀ ਜਿਹੜਾ ਸਮਾਨ ਟਰਾਂਸਪੋਰਟ ਕਰ ਦਿਓ। Si applica apply ਹੋਵੇਗਾ salve la eccezione di legge, ਜੇ ਕੋਈ ਸਪੈਸ਼ਲ ਛੂਟ ਨਾ ਹੋਵੇ ਕਾਨੂੰਨ ਦੇ ਤਹਿਤ। ਤੇ ਛੂਟ ਤੁਹਾਨੂੰ ਪਤਾ ਕਿ ਗੱਡੀਆਂ ਜਿਹੜੀਆਂ 50 ਕਿਲੋਮੀਟਰ ਦੇ ਅੰਦਰ ਚੱਲਦੀਆਂ ਨੇ, ਬੱਸਾਂ 40 ਕਿਲੋਮੀਟਰ ਪਰ ਆਵਰ ਤੱਕ ਸਪੀਡ ਘੱਟ ਹੋਵੇ, ਬਿਜਲੀ ਦੇ ਲਫੋਕ ਨੂੰ ਛੂਟ ਹੁੰਦੀ ਹੈ। ਨੋਨ ਕਮਰਸ਼ੀਅਲ ਜਿਹੜੇ ਫਿਨੋ 7.5 ਟਨ 'ਤੇ ਹੁੰਦੀਆਂ ਨੇ, ਇਹਨਾਂ ਨੂੰ ਛੂਟ ਹੁੰਦੀ ਹੈ। ਇਹਨਾਂ 'ਤੇ 561 12 2006 ECE ਲਾਗੂ ਨਹੀਂ ਹੁੰਦਾ, ਜਿਹਦੇ ਬਾਰੇ ਅਸੀਂ ਅੱਗੇ ਕੁਐਸਚਨ ਨਹੀਂ ਪੜ੍ਹਨੇ। ਜਿਹੜੀ ਵਹੀਕਲ ਹਿਸਟੋਰਿਕ ਹੁੰਦੀਆਂ ਨੇ, ਜਿਹੜੀ ਸਕੋਰਸ ਸਟਰਾਦਾਲੇ ਹੁੰਦੀ ਹੈ 100 ਕਿਲੋਮੀਟਰ ਦੇ ਅੰਦਰ ਚੱਲੇ, ਤੇ ਜਾਂ ਫਿਰ ਐਂਬੂਲੈਂਸ ਵਗੈਰਾ ਜਾਂ ਇਸ ਟਾਈਪ ਦੀਆਂ ਗੱਡੀਆਂ ਜਿਹੜੀਆਂ ਹੁੰਦੀਆਂ ਨੇ, ਇਹ ਐਕਸਕਲੂਸਿਵ ਹੁੰਦੀਆਂ ਨੇ, ਜਿਹੜੀਆਂ ਕਿ ਅਸੀਂ ਡਿਟੇਲ ਦੇ ਨਾਲ 12 ਨੰਬਰ ਚੈਪਟਰ ਵਿੱਚ ਵੀ ਪੜ੍ਹੀਆਂ ਹੋਈਆਂ ਨੇ। ਅਤੇ ਕਹਿੰਦੇ ਵੀ ਸੀ ਐਪਲੀਕਾ ਅਪਲਾਈ ਹੋਵੇਗਾ ਸਾਲ ਵਾਲੇ ਐਚਸੀਓਨੇ ਦੀ ਲੈ ਜੇ ਬੇ ਕੋਈ ਛੂਟ ਨਾ ਹੋਵੇ ਕਾਨੂੰਨ ਦੇ ਵਿੱਚ। ਤੇ ਅਲਕੰਦੂਚਨ ਦੇ ਵੀ ਕੋਈ ਜਿਹੜਾ ਡਰਾਈਵਰ ਹੈ ਗੱਡੀ ਦਾ ਦੀ ਮਾਸੀਮਾ ਅਮਿਸੀਬਿਲੇ, ਕਹਿੰਦੇ ਮੈਕਸੀਮਮ ਜਿਹਨਾਂ ਨੂੰ ਇਜਾਜ਼ਤ ਹੈਗੇ ਸੁਪਰੀਓਰ ਹੈ 3.5 ਟਨ, ਜਿਨ੍ਹਾਂ ਨੂੰ ਪਰਮਿਸ਼ਨ ਹੈ 3.5 ਟਨ ਤੋਂ ਉੱਤੇ ਲੈ ਕੇ ਜਾਣ ਵਾਲੀ ਦੀ ਗੱਡੀ, ਉਹਦੇ ਲਈ ਕੀ ਹੋਵੇਗਾ, ਇਹ ਰੈਗੂਲਰ 561 12 2006 ਲਾਗੂ ਹੋਵੇਗਾ, ਜਿਵੇਂ ਕਿ ਅਸੀਂ ਸੀ ਦੇ ਵਿੱਚ ਪੜ੍ਹ ਚੁੱਕੇ ਹੋਏ ਹਾਂ। ਵੇਰੋ 6 ਨੰਬਰ ਚੈਪਟਰ ਕਾਫੀ ਕੁਐਸਚਨ ਇਹਦੇ ਵਿੱਚ ਸੀ ਦੇ ਨਾਲ ਰਲਦੇ ਮਿਲਦੇ ਨੇ। ਇਹ ਰੈਗੂਲੇਮੈਂਟ ਨੰਬਰ 561 12 2006 GE ਜਿਹੜਾ ਕਾਨੂੰਨ ਹੈਗਾ 561 12 2006 GE, ਬੇਸਿਕਲੀ ਇੱਕ ਚੀਜ਼ ਤਾਂ ਅਸੀਂ ਪੜ੍ਹਿਆ ਵੀ ਇਹ 3.5 ਟਨ ਤੋਂ ਉੱਤੇ ਗੱਡੀਆਂ ਲਈ ਜਿਹੜੇ ਸਮਾਨ ਟਰਾਂਸਪੋਰਟ ਕਰਨ ਵਾਲੀ ਉਹਨਾਂ ਲਈ। ਦੂਜੇ ਨੰਬਰ 'ਤੇ ਕਿਹੜੀ ਹੈ? ਦੂਜੇ ਨੰਬਰ 'ਤੇ ਬੱਸਾਂ ਜਿਹੜੀਆਂ 9 ਤੋਂ ਪਲੱਸ ਬੰਦੇ ਲੈ ਕੇ ਜਾਣ ਵਾਲੀਆਂ ਕੰਪਰੈਸੋ ਕੰਦੂਜੀਆਂ 'ਤੇ ਉਹਨਾਂ ਲਈ ਲਾਗੂ ਹੁੰਦਾ। ਕਹਿੰਦੇ ਮਟੀਰੀਅਲ ਦੁਰਾਤਾ ਮਾਸੀਮਾ ਦੀ ਵਿਧਾ, ਦੁਰਾਤਾ ਜਿਹੜਾ ਦੌਰਾਨੀਆਂ ਹੁੰਦਾ ਮੈਕਸੀਮਮ ਡਰਾਈਵ ਕਰਨੇ ਦਾ। ਨਰਾਤ ਟਰਾਂਸਪੋਰਟ ਤੋਂ ਦੀ ਪਰਸੋਂ ਨੇ ਬੰਦੇ ਟਰਾਂਸਪੋਰਟ ਕਰਨ ਲਈ ਐਪਲੀਕਾ ਅਪਲਾਈ ਹੋਵੇਗਾ ਸਾਲ ਵਾਲਾ ਐਚਸੀਓਨੇ ਦੀ ਲੈ ਜੇ ਸਪੈਸ਼ਲੀ ਜੇ ਕੋਈ ਛੂਟ ਨਾ ਹੋਵੇ ਕਾਨੂੰਨ ਦੇ ਤਹਿਤ, ਜਿਵੇਂ ਕਾਨੂੰਨ ਦੇ ਤਹਿਤ ਛੂਟ ਮੈਂ ਅੱਗੇ ਤੁਹਾਨੂੰ ਦੱਸ ਚੁੱਕਿਆ ਕਿਹੜੀਆਂ ਗੱਡੀਆਂ 'ਚ। ਕਹਿੰਦੇ ਅਪਲਾਈ ਹੋਵੇਗਾ ਅਲਕੰਦੂਚੈਂਟ ਦੀ ਆਟੋਬੁਸ, ਅਪਲਾਈ ਹੋਵੇਗਾ ਡਰਾਈਵਰ ਆਟੋਬੁਸ 'ਤੇ। ਦਰੁਸ਼ ਕੈਂਪ ਅਵੇਅਰ ਹੋਇਆ ਵੀ ਇਹ ਆਟੋਬੁਸ ਦੇ ਡਰਾਈਵਰ 'ਤੇ ਲਾਗੂ ਹੋਵੇਗਾ। ਜੇ 9 ਪਲੱਸ ਬੰਦੇ ਹੋਣਗੇ ਨਾ ਟਰਾਂਸਪੋਰਟ ਕਰਨ ਵਾਲੀ ਗੱਡੀ, ਤਾਂ ਉਹਦੇ 'ਤੇ ਲਾਗੂ ਹੋਵੇਗਾ। ਵੇਰੋ ਇਹਦੇ ਨਾਲ ਫਿਰ ਤੁਹਾਨੂੰ ਕਰ ਤਾਕੀ ਗ੍ਰਾਫਿਕ ਜਿਹੜਾ ਹੈ ਉਹ ਇਸਤੇਮਾਲ ਕਰਨਾ ਪਵੇਗਾ, ਔਰ ਲਿਮਿਟਿਡ ਆਵਰਸ ਜਿਹੜੇ ਨੇ ਡਰਾਈਵ ਕਰਨੇ ਪਵੇਂਗੇ। ਔਰ ਜਿਹੜੇ ਆਵਰਸ ਹੁੰਦੇ ਨੇ ਨਾ, ਇਹ ਨਹੀਂ ਹੈ ਕਿ ਤੁਸੀਂ ਅਲਤਰੀ ਲਵੋਰੋ ਡਿਸਪੋਨੀਬਿਲੇ ਉਹਨਾਂ ਕੁਝ ਕੇਸਾਂ ਵਿੱਚ ਤੁਸੀਂ ਖਲੋਤੇ ਹੋ ਵੇਟ ਕਰ ਲਗੇ ਹੋ ਤਾਂ ਉਹ ਅਕਾਊਂਟ ਹੋ ਰਿਹਾ। ਜਿਹੜਾ ਡਰਾਈਵਿੰਗ ਦੇ ਆਵਰਸ ਹੁੰਦੇ ਨਾ, ਜਦ ਗੱਡੀ ਦਾ ਟਾਇਰ ਚੱਲ ਰਿਹਾ ਹੁੰਦਾ ਸਿਰਫ ਉਹ ਆਵਰਸ ਕਾਊਂਟ ਕਰਦੇ ਨੇ। 561 12 2006 ਜਿਹੜਾ ਨਾ GE, ਇਹ ਸਿਰਫ ਜਿਸ ਟਾਈਮ ਗੱਡੀ ਰੋਟੇਟ ਕਰ ਰਹੀ ਹੈ ਚੱਲ ਰਹੀ ਹੈ, ਸਿਰਫ ਉਹ ਆਵਰਸ ਜਿਹੜੇ ਨੇ ਅਕਾਊਂਟ ਕੀਤੇ ਜਾਂਦੇ ਨੇ। ਜ਼ਹਿਨ ਵੀ ਬਿਠਾ ਲਓ ਨਾ ਕਿ ਜਿਸ ਟਾਈਮ ਤੁਸੀਂ ਗੱਡੀ ਜਾ ਕੇ ਤਾਂ ਰੈਂਪ 'ਤੇ ਲਾਈ ਹੈ ਉਸ ਟਾਈਮ ਅਕਾਊਂਟ ਨਹੀਂ ਹੁੰਦਾ ਪਿਆ, ਉਸ ਟਾਈਮ ਡਿਸਪੋਨੀਬਿਲਤਾ ਹੋਵੇਗਾ ਜਾਂ ਫਿਰ ਅਲਤਰੀ ਲਵੋਰ ਹੋਵੇਗਾ, ਠੀਕ ਹੈ, ਜਾਂ ਰਿਪੋਜ਼ ਹੋਵੇਗਾ। ਜਿਹੜੇ ਵਰਕਿੰਗ ਆਵਰਸ ਨੇ ਜਿਹੜੇ 9 ਘੰਟੇ ਨੇ ਨੋਰਮਲੀ ਹਫਤੇ ਦੇ 45 ਘੰਟੇ ਜਿਹੜੇ ਜਨਰਲੀ ਹੁੰਦੇ ਨੇ, ਜਾਂ ਮੈਕਸੀਮਮ 56 ਘੰਟੇ ਹੋ ਸਕਦੇ ਨੇ, ਉਹ
ड्राइविंग आवर्स ने जिस टाइम गड्डी चलन लगी होंदी है। La normativa ਜਿਹੜਾ ਕਾਨੂੰਨ ਹੈ vigente in materia di durata massima di guida ਕਿ normativa ਜਿਹੜਾ ਕਾਨੂੰਨ vigente ਲਾਗੂ ਹੁੰਦਾ ਹੈ in materia di durata massima di guida ਮੈਕਸਿਮਮ ਡਰਾਈਵ ਕਰਨ ਦਾ ਟਾਈਮ ਜਿਹੜਾ ਹੈ si applica ਅਪਲਾਈ ਹੋਵੇਗਾ per i trasporto su autobus ट्रांसपोर्ट कर लिया autobus ਦੇ ਉੱਤੇ ਉਸ ਵਿਕੋਲੀ ਦੀ ਮਾਸੀਮਾ ਅਮਿਸੀਬਲ ਜਿਹੜਾ ਫਿਰ ਗੱਡੀ ਦੇ ਉੱਤੇ ਜਿਹੜਾ ਕਿ ਮੈਕਸਿਮਮ ਇਜਾਜ਼ਤ ਹੈਗੀ ਹੈ ਸੁਪਰੀਅਰ 3.5 ਟਨ 3.5 ਟਨ ਉੱਪਰ ਵਾਲੀ ਲਈ ਅਪਲਾਈ ਅਕਸੀ ਅਪਲੀਕਾ ਅਪਲਾਈ ਹੋਵੇਗਾ ਸੁਪਰੀਅਰ 3.5 ਲਾਤੇ 3.5 ਟਨ ਦੇ ਉੱਤੇ ਸਵੋਲਤੀ ਤਰਾ ਸਤਾਤੀ ਕਮਿਊਨਿਟਾਰੀ ਜੇ ਉਹ ਕੰਮ ਕਰਦੀ ਹੈ ਸਤਾਤੀ ਕਮਿਊਨਿਟਾਰੀ ਯੂਰਪੀਅਨ ਯੂਨੀਅਨ ਦੇ ਵਿੱਚ ਬਿਲਕੁਲ ਦਰੁਸਤ ਕੈਂਪੇ ਵੇਰਾ ਕਿਉਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਹੀ ਕੰਮ ਕਰੇਗੀ ਯੂਰਪੀਅਨ ਕਿਸੇ ਕੰਟਰੀ ਵਿੱਚ ਐਫਤਾ ਦੀ ਕੰਟਰੀ ਵਿੱਚ ਸਪਾਜ਼ੀਓ ਇਕਨੋਮਿਕੋ ਦੀ ਕੰਟਰੀ ਵਿੱਚ ਫਿਰ ਹੀ ਲਾਗੂ ਹੋਵੇਗਾ ਜੇ ਯੂਰਪੀ ਯੂਨੀਅਨ ਤੋਂ ਬਾਹਰ ਮੰਨ ਲਓ ਰਸ਼ੀਆ ਤੁਰਕੀ ਵੀ ਜਾਣਗੇ ਜਿਹੜੀ ਯੂਰਪੀਅਨ ਯੂਨੀਅਨ ਤੋਂ ਬਾਹਰ ਨੇ ਐਫਤਾ ਜੋ ਬਾਹਰ ਨੇ ਸਪਾਜ਼ੀਓ ਇਕਨੋਮਿਕੋ ਚ ਬਾਹਰ ਨੇ ਉਹਨਾਂ ਲਈ ਕੀ ਲਾਗੂ ਹੋਵੇਗਾ ਫਿਰ ਏਤਰ AETR ਠੀਕ ਹੈ ਉਹ ਵੀ ਜਿਹੜੀ ਕੰਟਰੀ ਏਤਰ ਨੂੰ ਮੰਨਦੀ ਹੋਵੇਗੀ ਜਿਵੇਂ ਰਸ਼ੀਆ ਮੰਨਦਾ ਹੈ ਅੱਗੇ ਕਹਿੰਦੇ ਨੋਰਮਾਟਿਵਾ ਜਿਹੜਾ ਕਾਨੂੰਨ ਹੈ ਵਿਜੈਂਤੀ ਇਨ ਮੀਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਇਦਾ ਜਿਹੜਾ ਲਾਗੂ ਹੁੰਦਾ ਹੈ ਮੈਕਸਿਮਮ ਡਰਾਈਵ ਕਰਨ ਦੇ ਟਾਈਮ 'ਤੇ si applica ਅਪਲਾਈ ਹੋਵੇਗਾ ਪਰ ਟਰਾਂਸਪੋਰਟ su autobus ਟਰਾਂਸਪੋਰਟ ਕਰਨ ਲਈ autobus ਦੇ ਉੱਤੇ ਉਸ ਵਿਕੋਲੀ ਦੀ ਮਾਸਾ ਮਾਸੀਮਾ ਮੈਸੀਬਲ ਜਾਂ ਫਿਰ ਗੱਡੀ ਦੇ ਉੱਤੇ ਜਿਹੜਾ ਮੈਕਸਿਮਮ ਇਜਾਜ਼ਤ ਹੈਗੀ ਹੈ ਸੁਪਰੀਅਰ 3.5 ਜਿਹੜੀ ਸੁਪਰ ਉੱਪਰ ਹੈ ਸਵੋਲਤੀ ਤਰਾ ਸਤਾਤੀ ਯੂਨੀਅਨ ਯੂਰੋਪਾ ਇਹ ਲਾਸ ਫਿਜ਼ੇਰਾ ਜਿਹੜਾ ਕਿ ਤੁਸੀਂ ਸਵੋਲਤੀ ਕੀਤਾ ਤੁਸੀਂ ਕੰਮ ਤਰਾ ਸਤਾਤੀ ਯੂਨੀਅਨ ਯੂਰੋਪਾ ਜਿਹੜੀ UE ਨੂੰ ਮੰਨਣ ਵਾਲੀਆਂ ਕੰਟਰੀਆਂ ਨੇ ਯੂਰਪੀਅਨ ਯੂਰੋਪਾ ਨੂੰ ਇਹ ਲਾਸ ਫਿਜ਼ੇਰਾ ਔਰ ਸਵਿਟਜ਼ਰਲੈਂਡ ਦੇ ਵਿੱਚ ਯਾਨੀ ਕਿ 3.5 ਟਨ ਤੋਂ ਲਈ ਗੱਡੀ ਨੂੰ ਕਹਿੰਦੇ ਪਏ ਅਪਲਾਈ ਹੋਵੇਗਾ ਜਿਹੜੀ ਗੱਡੀ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਸਵਿਜ਼ੇਰਾ ਵਿੱਚ ਉਹ ਟਰਾਂਸਪੋਰਟ ਕੀਤਾ ਹੈ ਦਰੁਸਤ ਕੈਂਪੇ ਵੇਰ ਹੋਇਆ ਸਵਿਜ਼ੇਰਾ ਜਿਹੜਾ ਨਾ ਬਾਈ ਦੀ ਕੰਟਰੀ ਹੈ ਜਿਹੜੀ ਕਿ UE ਯੂਰਪੀਅਨ ਯੂਨੀਅਨ ਨਹੀਂ ਮੰਨਦੀ ਐਫਤਾ ਨੂੰ ਮੰਨਦੀ ਹੈ ਲੇਕਿਨ ਐਫਤਾ ਨੂੰ ਮੰਨਣ ਦੇ ਨਾਲ ਹੀ ਐਫਤਾ ਨੂੰ ਮੰਨਦੀ ਹੈ ਲੇਕਿਨ ਇਹ ਐਸੀ ਕੰਟਰੀ ਹੈ ਕਿ ਸਪਾਜ਼ੀਓ ਇਕਨੋਮਿਕੋ ਨੂੰ ਨਹੀਂ ਮੰਨਦੀ ਹੈ ਫਿਰ ਕਿਉਂਕਿ ਜਿਹੜੀ ਸਕੈਂਡੀਨੇਵੀਅਨ ਕੰਟਰੀਆਂ ਨੇ ਸਪਾਜ਼ੀਓ ਇਕਨੋਮਿਕੋ ਯੂਰੋਪਾ ਨੂੰ ਮੰਨਦੀਆਂ ਨੇ ਲੇਕਿਨ ਐਫਤਾ ਨੂੰ ਮੰਨਦੀ ਹੈ ਲੇਕਿਨ ਸਪਾਜ਼ੀਓ ਇਕਨੋਮਿਕੋ ਯੂਰੋਪਾ ਨੂੰ ਨਹੀਂ ਮੰਨਦੀ ਇਹਨੇ ਆਪਣੀ ਮਰਜ਼ੀ ਦੇ ਕਾਨੂੰਨ ਜਿਹੜੇ ਵਧੀਆ ਲੱਗੇ ਇਹਨਾਂ ਨੇ ਐਕਸੈਪਟ ਕੀਤੇ ਨੇ ਅਤੇ ਆਪਣੇ ਜਿਹੜੇ ਨਹੀਂ ਵਧੀਆ ਲੱਗੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਿਵੇਂ ਕਿ ਯੂਰਪ ਦੇ ਸੈਂਟਰ ਵਿੱਚ ਹੋ ਗਏ ਇਹ ਕੰਟਰੀ ਜਿਹੜੀ ਹੈ ਕਿ ਇਹਨੇ ਸਪਾਜ਼ੀਓ ਇਕਨੋਮਿਕਾ ਨੂੰ ਨਹੀਂ ਮੰਨਿਆ ਯੂਰਪੀਅਨ ਯੂਨੀਅਨ ਨਹੀਂ ਮੰਨਿਆ ਸਿਰਫ ਐਫਤਾ ਨੂੰ ਮੰਨਦੀ ਹੈ ਸ਼ੈਂਜਨ ਨੂੰ ਵੀ ਮੰਨਦੀ ਹੈ ਕੰਟਰੀ ਇਹ ਲੇਕਿਨ ਇਹ ਕਿ ਇਹਦੇ ਵਿੱਚ ਟਰਾਂਸਪੋਰਟ ਕਰਾਂਗੇ ਤਾਂ ਗੱਲ ਇਹ ਕਾਨੂੰਨ ਇਸ ਕਾਨੂੰਨ ਨੂੰ ਮੰਨਦੀ ਹੈ ਫਿਰ ਹੋ ਗਿਆ ਸਵਿਟਜ਼ਰਲੈਂਡ La normativa ਜਿਹੜਾ ਕਾਨੂੰਨ ਹੈ ਵਿਜੈਂਤੀ ਇਨ ਮੀਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਇਦਾ ਜਿਹੜੇ ਲਾਗੂ ਹੁੰਦਾ ਹੈ ਮੀਟੀਰੀਆ ਦੁਰਾਤਾ ਮਾਸੀਮਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ si applica ਅਪਲਾਈ ਹੋਵੇਗਾ anche conducente driver ਦੇ ਲਈ ਦੇ ਵਿਕੋਲੀ immatricolati al di fuori della Unione Europea ਜਿਹੜੀ ਗੱਡੀ ਮਨਜ਼ੂਰਸ਼ੁਦਾ ਯੂਰਪੀਅਨ ਯੂਨੀਅਨ ਤੋਂ ਬਾਹਰ se il trasporto avviene ਜੇ ਤੁਸੀਂ ਟਰਾਂਸਪੋਰਟ ਕਰਦੇ ਹੋ totalmente nell'ambiente Unione Europea ਜੇ ਤੁਸੀਂ ਟੋਟਲੀ ਟਰਾਂਸਪੋਰਟ ਕਰਦੇ ਹੋ ਯੂਨੀਅਨ ਯੂਰਪ ਵਿੱਚ ਤੇ si applica ਅਪਲਾਈ ਹੋਵੇਗਾ anche conducente immatricolato fuori dei Unione Europea ਜਿਹੜਾ ਕਿ ਭਾਵੇਂ ਯੂਰਪੀਅਨ ਯੂਨੀਅਨ ਤੋਂ ਮੈਟ੍ਰਿਕੁਲਾ ਤੋਂ ਬਾਹਰ ਦੀ ਹੈ ਨਾ ਗੱਡੀ ਯਾਨੀ ਕਿ ਉਸ ਤੋਂ ਆਈ ਕਿਤੇ ਉੱਧਰੋਂ ਆਈ ਹੈ ਗੱਡੀ ਜੇ ਉਹ ਟੋਟਲੀ ਮੰਨ ਲਓ ਸਪੇਨ 'ਚ ਚੁੱਕ ਕੇ ਸਮਾਨ ਇਟਲੀ ਵਿੱਚ ਫਰਾਂਸ ਦੇ ਵਿੱਚ ਜਾਂ ਫਿਰ ਯੂਰਪੀਅਨ ਕੰਟਰੀ ਵਿੱਚ ਚੁੱਕ ਕੇ ਸਮਾਨ ਯੂਰਪੀਅਨ ਕੰਟਰੀ ਵਿੱਚ ਹੀ ਦੇਣਾ ਉਹਨੇ ਫਿਰ ਨਹੀਂ ਦੇਖਿਆ ਜਾਏਗਾ ਇਹ ਗੱਡੀ ਯਾਰ ਰਸ਼ੀਆ ਵਿੱਚੋਂ ਆਈ ਹੈ ਫਿਰ ਦੇਖਿਆ ਜਾਏਗਾ ਇਹਨੇ ਸਮਾਨ ਚੱਕਣਾ ਵੀ ਯੂਰਪ ਵਿੱਚੋਂ ਹੈ ਜਾਂ ਫਿਰ ਐਫਤਾ ਦੀਆਂ ਜਾਂ ਫਿਰ ਸਪਾਜ਼ੀਓ ਇਕਨੋਮਿਕਾ ਦੀ ਯੂਰੋਪਾ ਦੀ ਕੰਟਰੀਆਂ ਵਿੱਚੋਂ ਔਰ ਦੇਣਾ ਵੀ ਇਹਨਾਂ ਕੰਟਰੀਆਂ ਵਿੱਚ ਇਸ ਕਰਕੇ ਇਸ 'ਤੇ ਵੀ si applica ਅਪਲਾਈ ਹੋਵੇਗਾ ਫਿਰ ਕਿਉਂਕਿ ਭਾਵੇਂ ਗੱਡੀ ਬਾਹਰ ਦੀ ਸੀ ਲੇਕਿਨ ਇਹ ਐਤਰ ਦੀ ਲੋੜ ਨਹੀਂ ਹੈ ਕਿਉਂਕਿ ਟਰਾਂਸਪੋਰਟ ਜਿਹੜਾ ਕਰਨਾ ਇਹਨੇ ਸਾਰਾ ਹੀ ਜਿਸੇ ਸਟਾਰਟ ਕੀਤਾ ਔਰ ਐਂਡ ਕੀਤਾ ਇਹ ਯੂਨੀਅਨ ਯੂਰੋਪਾ ਵਿੱਚ ਹੋਇਆ ਇਸ ਕਰਕੇ ਇਹਦੇ 'ਤੇ ਵੀ ਅਪਲਾਈ ਹੋਵੇਗਾ ਫਿਰ ਜੇ ਤਾਂ ਬਾਹਰੋਂ ਆਵੇ ਨਾ ਜਾਂ ਬਾਹਰ ਜਾਏ ਤਾਂ ਫਿਰ ਇਹ ਤਰ੍ਹਾਂ ਅਪਲਾਈ ਹੁੰਦਾ ਹੈ ਇਹ ਤਰ੍ਹਾਂ ਵਾਲਾ ਕੁਐਸਚਨ ਵੀ ਆ ਗਿਆ ਕਿ ਨਹੀਂ conducente autobus ਜਿਹੜਾ autobus ਦਾ ਡਰਾਈਵਰ ਹੈ ਮੈਟ੍ਰਿਕੁਲਾਤੀ ਇਨ ਜਰਮਾਨੀਆ ਜਿਹੜੀ ਮੈਟ੍ਰਿਕੁਲਾਤੀ ਹੈ ਜਰਮਨੀ ਯਾਨੀ ਕਿ ਜਰਮਨੀ ਦੀ ਨੰਬਰ ਪਲੇਟ ਇਸ਼ੂ ਹੋਈ ਹੈ ਡਾਕੂਮੈਂਟ ਬਣੇ ਜਰਮਨੀਆਂ ਵਿੱਚ ਗੱਡੀ ਜਿਹੜੀ ਹੈ ਉਹ ਜਰਮਨੀ ਦੀ ਗੱਡੀ ਹੈਗੀ ਹੈ ਜਰਮਨੀ ਦੀ ਸਤਾਤੋ della Unione Europea ਕਿਉਂਕਿ ਯੂਰਪੀਅਨ ਯੂਨੀਅਨ ਦੀ ਕੰਟਰੀ ਹੋ ਗਈ ਫਿਰ ਠੀਕ ਹੈ ਕਿ ਸੀ ਰਿਸ਼ਕੇ ਇਨ ਰਸ਼ੀਆ ਜਿਹਨੇ ਕਿ ਜਾਣਾ ਹੈ ਰਸ਼ੀਆ ਦੇ ਵਿੱਚ
ਸਤਾਤੋ ਐਤਰ ਜਿਹੜਾ ਕਿ ਸਤਾਤੋ ਐਤਰ ਦਾ ਮੈਂਬਰ ਹੈ। ਐਤਰ ਇੱਕ ਹੋਰ ਵੱਖਰਾ ਅਕੋਰਡੋ ਹੈ, ਜਿਵੇਂ 561 12/2006 'ਚ ਹੀ ਅਕੋਰਡੋ ਹੈ ਨਾ, ਇਸੇ ਤਰ੍ਹਾਂ ਐਤਰ ਇੱਕ ਵੱਖਰਾ ਅਕੋਰਡੋ ਹੈ। ਇਹ ਜਿਹੜੀ ਹੈ ਹੁਣ ਕੰਟਰੀ ਐਤਰ ਨੂੰ ਮੰਨਦੀ ਹੈ, ਠੀਕ ਹੈ, ਰਸ਼ੀਆ। ਅਤੇ ਇਹ ਇੱਕ ਹੋਰ ਅਕੋਰਡੋ ਹੈ ਨੋਨ ਯੂਰਪੀਅਨ ਕੁਛ ਕੰਟਰੀਆਂ ਦੇ ਨਾਲ ਯੂਰਪ ਦਾ। ਕਹਿੰਦੇ ਵੀ ਸਤਾਤੋ ਐਤਰ ਜਿਹੜੀ ਐਤਰ ਦੇ ਮੈਂਬਰ ਹੈ deve essere tempi massimi di guida, ਮੈਕਸਿਮਮ ਟਾਈਮ ਡਰਾਈਵ ਕਰਨ ਦਾ ਹੋਣਾ ਚਾਹੀਦਾ ਹੈ। ਪ੍ਰਵਿਸਟ dell'accordo ਐਤਰ ਫਰਾਹਮ ਕੀਤਾ ਜਾਣਾ ਹੈ ਅਕੋਰਡੋ ਐਤਰ ਦੇ ਅਕੋਰਡਿੰਗ। ਐਤਰ ਜਿਹੜਾ ਅਕੋਰਡੋ ਹੈ ਨਾ, ਕਾਨੂੰਨ ਹੈ, ਉਹਦੇ ਅਕੋਰਡਿੰਗ ਇਹ ਟਾਈਮ ਹੋਣਾ ਚਾਹੀਦਾ ਐਤਰ ਦੇ ਅਕੋਰਡਿੰਗ, ਠੀਕ ਹੈ। ਜਦ ਗੱਡੀ ਬੱਸ ਹੋਵੇਗੀ ਜਰਮਨ ਔਰ ਜਾਏਗੀ ਰਸ਼ੀਆ ਦੇ ਵਿੱਚ, ਦਰੁਸਤ ਕਿਵੇਂ ਪਿਆ ਹੋਇਆ, क्योंकि नॉन यूरोपियन नॉन SEE स्पोजियो इकोनॉमिका नॉन EFTA कंट्री जा रही है ना। La normativa vigente ਜਿਹੜਾ ਕਾਨੂੰਨ ਲਾਗੂ ਹੁੰਦਾ ਹੈ in materia di durata massima di guida, ਜਿਹੜਾ ਟਾਈਮ ਹੈਗਾ ਮੈਕਸਿਮਮ ਡਰਾਈਵ ਕਰਨੇ ਦਾ, non si applica, ਨਹੀਂ ਅਪਲਾਈ ਹੋਵੇਗਾ i conducenti di veicoli di massa massima superiore a 3.5 ਟਨ। ਕਹਿੰਦੇ 3.5 ਨਾਲ ਸੁਪਰ ਉੱਪਰ ਹੋਵੇਗੀ, ਨਹੀਂ ਅਪਲਾਈ ਹੋਵੇਗਾ। ਇੱਥੇ ਫਾਲਸ ਹੋ ਗਿਆ ਕਿ ਟ੍ਰੇਨ ਔਰ ਰਿਮੋਰਕ ਜਿਹੜੀ ਟ੍ਰੇਨ ਨਾਲ ਕਰਦੀ ਹੈ ਰਿਮੋਰਕ ਕਿਉਂ ਨਹੀਂ ਅਪਲਾਈ ਹੋਵੇਗਾ। ਜਿਹੜੀ 3.5 ਟਨ ਉੱਤੇ ਵਾਲੀ ਹੁੰਦੀ ਹੈ ਉਸੇ ਉੱਤੇ ਹੀ ਅਪਲਾਈ ਹੁੰਦਾ। ਇਸ ਕਰਕੇ ਇਹ ਨਿਹਾਇਤ ਫਜ਼ੂਲ ਤਰੀਨ ਗੱਲ ਕੀਤੀ ਨੇ, ਗਲਤ ਨਹੀਂ ਫਾਲਸ ਹੋਇਆ। ਇਹ ਕਿਉਂ ਨਹੀਂ ਅਪਲਾਈ ਹੋਵੇਗਾ, ਬਿਲਕੁਲ ਜ਼ਰੂਰ ਵੀ ਜ਼ਰੂਰ ਅਪਲਾਈ ਹੋਣਾ ਸੀ। ਇਹ ਕਹਿੰਦੇ ਵੀ ਇਨ ਨੋਰਮਾਟਿਵਾ ਜਿਹੜਾ ਕਾਨੂੰਨ ਹੈਗਾ ਵਿਜੈਂਟ ਜਿਹੜਾ ਲਾਗੂ ਹੁੰਦਾ ਹੈ ਇਨ ਮਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਈਦਾ, ਜਿਹੜਾ ਮੈਕਸਿਮਮ ਦੁਰਾਤਾ ਟਾਈਮ ਕਰਨੇ ਦਾ ਡਰਾਈਵ ਕਰਨ ਦਾ, non si applica al conducente, ਨਹੀਂ ਅਪਲਾਈ ਹੋਵੇਗਾ ਡਰਾਈਵਰ ਦੇ ਉੱਤੇ di veicoli utilizzo da società sportiva, ਜਿਹੜੀ ਸੋਸਾਇਟੀ ਹੁੰਦੀ ਹੈ ਬਣੀ ਹੋਈ ਸਪੋਰਟਸ ਦੇ ਸੈਕਟਰ ਦੇ ਲਈ, ਉਹਦੇ ਲਈ ਜਿਹੜੀ ਗੱਡੀ ਇਸਤੇਮਾਲ ਹੋਵੇਗੀ। ਕਿਵੇਂ ਹੁੰਦੇ ਨਾ ਬੱਸਾਂ ਵਗੈਰਾ ਖਿਲਾੜੀਆਂ ਨੂੰ ਲੈ ਕੇ ਜਾ ਰਹੀਆਂ ਇਹ ਉਹ ਇੱਦਾਂ ਦੀ ਚੀਜ਼ਾਂ, ਜੇ ਕੋਈ ਇਹਦੇ ਲਈ ਸਪੋਰਟਸ ਦੇ ਸੈਕਟਰ ਦੇ ਲਈ ਕੋਈ ਬਣੀ ਹੋਈ ਹੈ ਗੱਡੀ ਸਪੈਸ਼ਲ, ਕਹਿੰਦੇ ਉਹਦੇ ਲਈ ਨੋਨ ਸੀ ਅਪਲਾਈ ਨਹੀਂ ਅਪਲਾਈ ਹੋਣਗਾ। ਕਿਉਂ ਨਹੀਂ ਅਪਲਾਈ ਹੋਣਗਾ, ਗਲਤ ਕਿਨ ਪੇ ਫਾਲਸ ਹੋਇਆ। ਜਿਨ੍ਹਾਂ ਨੂੰ ਛੂਟ ਹੈਗੀ ਹੈ ਨਾ ਉਹ ਮੈਂ ਤੁਹਾਨੂੰ ਦੱਸ ਚੁੱਕੇ ਹੋਇਆ, ਸਹੀ ਕਿ ਫਿਰ ਉਹਨਾਂ ਦੇ ਬਾਰੇ ਡਿਟੇਲ ਨਾਲ ਗੱਲ ਕਰਾਂਗੇ। ਇੱਕ ਜਿਹੜੀਆਂ ਹੁੰਦੀਆਂ ਨੇ 50 ਕਿਲੋਮੀਟਰ ਦੇ ਅੰਦਰ ਸਫ਼ਰ ਕਰਦੀਆਂ ਗੱਡੀਆਂ ਬੱਸਾਂ, ਯਾਨੀ ਕਿ ਉਹਨਾਂ ਦਾ ਟੂਰ ਹੀ 50 ਕਿਲੋਮੀਟਰ ਦੇ ਅੰਦਰ ਅੰਦਰ ਜਾਂ ਸ਼ਹਿਰ ਦੇ ਵਿੱਚ ਘੁੰਮੀ ਜਾਂਦੀਆਂ ਨੇ, ਜਾਂ ਫਿਰ ਟਰੱਕ ਜਿਹੜੇ ਟਰੈਕਟਰ ਵਗੈਰਾ ਟਾਈਪ ਦੀਆਂ ਗੱਡੀ ਜਿਹੜੀ 40 ਕਿਲੋਮੀਟਰ ਪਰ ਆਵਰ ਤੋਂ ਸਪੀਡ ਵੱਧ ਨਹੀਂ ਹੁੰਦੀ, ਜਾਂ ਫਿਰ ਹੁੰਦੀਆਂ ਨੇ ਐਂਬੂਲੈਂਸ ਵਗੈਰਾ, ਜਾਂ ਫਿਰ ਬਿਜਲੀ ਦਾ ਫੋਕੋ, ਜਾਂ ਫਿਰ ਨੋਨ ਕਮਰਸ਼ੀਅਲ ਫਿਨੋ ਸਾਡੇ ਸਿੱਤੇ ਵਗੈਰਾ ਚੀਜ਼ਾਂ ਤਾਂ ਲਾਦੇ ਨੋਨ ਕਮਰਸ਼ੀਅਲ ਜਿਹੜੀ ਗੱਡੀਆਂ ਯੂਜ਼ ਹੁੰਦੀਆਂ ਨੇ ਜਿਵੇਂ ਕਮੂਨੇ ਵਗੈਰਾ ਲਈ ਯੂਜ਼ ਹੋਣ ਲੱਗ ਪਉਣ, ਠੀਕ ਹੈ। ਅਤੇ ਸਰਵਿਸ ਪਲਾਜ਼ਾ ਵਗੈਰਾ ਪਿਆਜ਼ਾ ਵਗੈਰਾ ਜਿਨ੍ਹਾਂ ਨੂੰ ਕਹਿੰਦੇ ਨੇ ਗੱਡੀਆਂ ਨੂੰ, ਵੱਡੀਆਂ ਹੈਵੀ ਗੱਡੀਆਂ ਹੋ ਜਾਂਦੀਆਂ, ਔਰ ਜਾਂ ਫਿਰ ਸਟੋਰੀਗੋ ਆਟੋ ਸਟੋਰੀਗੋ, ਜਾਂ ਫਿਰ ਜਿਹੜੀ ਗੱਡੀ ਹੁੰਦੀ ਹੈ 100 ਕਿਲੋਮੀਟਰ ਦੇ ਅੰਦਰ ਚੱਲਦੀ ਹੈ ਸਕੋਰਸ ਸਟਰਾਦਾਲੇ, ਇਹਨਾਂ ਨੂੰ ਛੂਟ ਹੁੰਦੀ ਹੈ। ਅਤੇ ਇਹ ਜਿਹੜੀ ਕਰ ਰਹੇ ਨੇ ਸੋਸੀਏਟਾ ਸਪੋਰਟੀਵਾ, ਇਹਨਾਂ ਨੂੰ ਛੂਟ ਨਹੀਂ ਹੁੰਦੀ, ਫਾਲਸੋ। ਨੋਰਮਟਿਵਾ ਵਿਜੈਂਟ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਦੁਰਾਤਾ ਮਾਸੀਮਾ ਦੀ ਗੁਈਦਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ non si applica al conducente di autobus travel in di apply ਨਹੀਂ ਹੋਵੇਗਾ matricolato al servizio di noleggio con conducente, ਜਿਹੜਾ ਸਰਵਿਸ ਲਈ ਆਉਂਦਾ noleggio con conducente ਕਿਰਾਏ ਵਗੈਰਾ ਦੀ ਸਰਵਿਸ ਦੇ ਲਈ ਡਰਾਈਵਰ ਦੇ ਨਾਲ, ਉਹ ਕਹਿੰਦੇ ਨੇ ਵੀ ਉਹਦੇ ਲਈ ਅਪਲਾਈ ਨਹੀਂ ਹੋਵੇਗਾ। ਕਿਉਂ ਨਹੀਂ ਅਪਲਾਈ ਹੋਵੇਗਾ, 10 ਬੰਦੇ ਦੀ ਗੱਡੀ ਹੋ ਗਈ, ਵਾਸਤਾ 10 ਬੰਦੇ ਦੀ ਹੁੰਦੀ ਹੈ ਨਾ, 10 ਤੋਂ ਵੱਧ ਹੀ ਹੁੰਦੇ ਨੇ, ਠੀਕ ਹੈ, 10+ ਬੰਦੇ ਹੁੰਦੇ ਨੇ, 10 ਬੰਦੇ ਵਾਲੀ ਗੱਡੀ ਹੋ ਗਈ, 9+ ਹੋ ਗਏ ਕੰਪਰੈਸੋ ਕੰਡੂਚੈਂਟੇ, ਤੇ ਫਿਰ ਅਪਲਾਈ ਹੁੰਦਾ, ਇਸ ਕਰਕੇ ਫਾਲਸੋ। ਨੋਰਮਾਟਿਵਾ ਜਿਹੜਾ ਕਾਨੂੰਨ ਹੈਗਾ ਇਨ ਮਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਈਦਾ ਮੈਕਸਿਮਮ ਟਾਈਮ ਜਿਹੜਾ ਹੈਗਾ ਡਰਾਈਵ ਕਰਨ ਦਾ, ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਵੇਗਾ ਅਲ ਕੰਡੂਚੈਂਟੇ ਦੀ ਆਟੋਵਿਕੋਲੋ, ਜਿਹੜਾ ਆਟੋਵਿਕੋਲ ਦਾ ਡਰਾਈਵਰ ਹੈਗਾ ਐਦ ਪਰ ਸਕੋਰਸੋ ਸਟਰਾਦਾਲੇ, ਔਰ ਸਕੋਰਸੋ ਸਟਰਾਦਾਲੇ ਜਿਹੜਾ ਡਰਾਈਵਰ ਹੈਗਾ ਸਕੋਰਸੋ ਸਟਰਾਦਾਲੇ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਲਿਮਟ ਹੈਗੀ ਹੈ 100 ਕਿਲੋਮੀਟਰ ਦੇ ਅੰਡਰ 'ਚ ਚੱਲੇ ਤਾਂ ਫਿਰ ਕੋਈ ਨਹੀਂ ਹੋਣਾ, ਫਿਰ ਇਹ ਵਿਕੋਲੀ ਐਕਸਕਲੂਸਿਵ ਵਿੱਚ ਆਉਣਗੀਆਂ। ਜੇ 100 ਕਿਲੋਮੀਟਰ ਤੋਂ ਵੱਧ ਹੋਵੇਗਾ ਤਾਂ ਫਿਰ ਐਕਸਕਲੂਸਿਵ ਨਹੀਂ ਹੈਗੀ ਕਿ ਨੋਨ ਸੀ ਐਪਲੀਕਾ ਕੰਡੂਚੈਂਟੇ ਆਟੋਵਿਕੋਲੀ ਐਦ ਆਟੋਵਿਕੋਲ 'ਤੇ ਅਪਲਾਈ ਨਹੀਂ ਹੋਵੇਗਾ। ਕਿਉਂ ਨਹੀਂ ਹੋਵੇਗਾ, ਆਟੋਵਿਕੋਲ 'ਤੇ ਅਪਲਾਈ ਹੋਵੇਗਾ, ਇੱਥੇ ਫਾਲਸ ਹੋ ਗਿਆ। ਇਹਦੇ ਪਰ ਸਕੋਰਸੋ ਸਟਰਾਦਾਲੇ ਔਰ ਸਕੋਰਸੋ ਸਟਰਾਦਾਲੇ ਤੇ ਕਿ ਓਪਰਾਨੋ ਸੁ ਆਟੋਸਟਰਾਦਾ, ਜਿਹੜੇ ਆਟੋਸਟਰਾਦੇ 'ਤੇ ਆਪਰੇਟ ਕਰਦੀਆਂ ਨੇ, ਜਿਹੜੀ ਆਟੋਸਟਰਾਦੇ 'ਤੇ ਆਪਰੇਟ ਕਰਦੀ ਹੋਵੇਗੀ ਉਹ 100 ਕਿਲੋਮੀਟਰ ਅੰਦਰ ਹੀ ਆਪਰੇਟ ਕਰਦੀ ਹੋਵੇਗੀ। ਇਸ ਕਰਕੇ ਇਹ ਆਟੋਸਟਰਾਦੇ ਵਾਲੀ ਜਿਹੜੀ ਸਕੋਰਸੋ ਸਟਰਾਦਾਲੇ ਹੈ ਉੱਥੇ ਅਪਲਾਈ ਹੋਵੇਗਾ। ਕਹਿੰਦੇ ਨੋਨ ਸੀ ਅਪਲੀਕਾ ਨਹੀਂ ਅਪਲਾਈ ਹੋਵੇਗਾ, ਫਾਲਸੋ। ਇਹ ਕਹਿੰਦੇ ਵੀ ਇਨ ਥੇਮਾ ਦੀ ਦੁਰਾਤਾ ਦੀ ਗੁਈਦਾ, ਦੁਰਾਤਾ ਦਾ ਜਿਹੜਾ ਦੁਰਾਤਾ ਟਾਈਮ ਹੈਗਾ ਡਰਾਈਵ ਕਰਨ ਦਾ ਕੰਡੂਚੈਂਟੇ ਡਰਾਈਵਰ ਦਾ,
Di Vicoli adibiti al trasporto di persone, ਜਿਹੜੀ ਗੱਡੀ ਟਰਾਂਸਪੋਰਟ ਕਰਨ ਵਾਲੀ ਹੈਗੀ ਹੈ ਬੰਦੇ, e di cose or ਚੀਜ਼ਾਂ, trovano applicazione le norme dell'accordo ETER, ਕਹਿੰਦੇ ਅਪਲਾਈ ਹੋਵੇਗਾ ਕਾਨੂੰਨ ਇਹਨਾਂ ਦੇ ਉੱਤੇ ETER ਦਾ, anziché quale contenuto regolamento a 561/2006 GE, ਨਾ ਕਿ ਜਿਹੜਾ ETER ਦੀ ਬਜਾਏ 561/2006 GE ਵਾਲਾ ਕਾਨੂੰਨ ਨਹੀਂ ਹੋਵੇਗਾ। quando trasporto, ਜਦ ਤੁਸੀਂ ਟਰਾਂਸਪੋਰਟ ਕਰਦੇ ਹੋ, si eseguito, ਇਹ ਖਤਮ ਹੁੰਦਾ ਹੈ ਟਰਾਂਸਪੋਰਟ ਜਿਹੜਾ ਤੁਸੀਂ ਕਰਦੇ ਹੋ ਪਏ, alla interna della Unione Europa, ਯੂਰਪੀਅਨ ਯੂਨੀਅਨ ਦੇ ਵਿੱਚ, della Svizzera, ਸਵਿਟਜ਼ਰਲੈਂਡ ਦੇ ਵਿੱਚ, ਸਪਾਜ਼io economica Europa, SEE ਵਿੱਚ ਜਿਹੜੀ ਸਪਾਜ਼io economica Europa ਆਉਂਦੀਆਂ ਨੇ, ma interessa territori di altri stati, ਲੇਕਿਨ ਇਹਦੇ ਵਿੱਚ ਇੱਕ ਜੁੜੀ ਹੁੰਦੀ ਹੈ ਇੱਕ altri stati, ਦੂਜਾ ਮੁਲਕ ਵੀ। ਜਦ ਦੂਜਾ ਮੁਲਕ ਕੋਈ ਜੁੜਿਆ ਹੋਵੇਗਾ ਤਾਂ ਫਿਰ ਕਿਹੜੀ ਦਾ ਲਾਗੂ ਹੋਣਾ ਚਾਹੀਦਾ ਹੈ? ਦੂਜਾ ਮੁਲਕ ਹੋਵੇਗਾ, ਜਿਵੇਂ ਕਿ ਇਹਨਾਂ ਨੂੰ ਛੱਡ ਕੇ ਰਸ਼ੀਆ ਮੰਨ ਲਓ, ਜਿਵੇਂ ਅਸੀਂ ਐਗਜ਼ਾਮਪਲ ਦਿੰਦੇ ਆ, ਤੇ ਜ਼ਾਹਰੀ ਗੱਲ ਉੱਥੇ ਫਿਰ ETER ਹੀ ਲਾਗੂ ਹੋਵੇਗਾ। ਦੁਬਾਰਾ ਪੜ੍ਹਨੇ ਕੁਐਸਚਨ ਬੜਾ ਸੀ ਇਸ ਕਰਕੇ। ਕਹਿੰਦੇ ਵੀ tema di durata di guida, ਜਿਹੜਾ ਮੌਜੂ ਹੈ durata, ਡਰਾਈਵ ਕਰਨ ਦਾ ਦੌਰਾਨੀਆਂ, durata di guida, al del conducente di Vicoli, ਜਿਹੜਾ ਡਰਾਈਵਰ ਗੱਡੀ ਦੇ, adibiti al trasporto di persone, di cose, ਬੰਦੇ ਔਰ ਚੀਜ਼ਾਂ ਟਰਾਂਸਪੋਰਟ ਕਰਨੀਆਂ, trovano applicazione norme dell'accordo ETER, ਕਹਿੰਦੇ ਵੀ ਇਹ ਮਿਲੇਗਾ ਜਦ ਅਪਲਾਈ ਹੁੰਦਾ ਹੈ accordo ETER ਦੇ ਤਹਿਤ, anziché quale contenuto nella regolamento 561/2006 GE, ਨਾ ਕਿ ਜਿਹੜਾ 2006 GE ਵਾਲਾ ਕਾਨੂੰਨ ਲਾਗੂ ਹੋਵੇਗਾ, ETER ਲਾਗੂ ਹੋਵੇਗਾ, ਨਾ ਕਿ ਇਹ 561/2006 GE ਵਾਲਾ। ਠੀਕ ਹੈ, ਕਿਉਂ ਨਹੀਂ ਹੋਣ ਲੱਗਾ? ਇਹ 2006 GE ਵਾਲਾ ਕਿਹੜਾ ਹੁੰਦਾ, ਉਹਦੀ ਡੈਫੀਨੇਸ਼ਨ ਥੱਲੇ ਦੇਣ ਲੱਗ ਪੈਂਦੇ। ਕੁਐਸਚਨ ਵੱਡਾ ਕੀਤੇ ਨੇ, ਘਬਰਾਉਣਾ ਨਹੀਂ ਹੈ, ਵੀ ਫੋਕਸ ਕਰਨਾ ਚੀਜ਼ ਦੇ ਉੱਤੇ। ਠੀਕ ਹੈ, ਕਹਿੰਦੇ ETER ਨਹੀਂ, ETER ਲਾਗੂ ਹੋਵੇਗਾ, ਨਾ ਕਿ 561/2006 GE। quando trasporto non si esaurisce, ਜਿਸ ਟਾਈਮ ਟਰਾਂਸਪੋਰਟ ਕਰਨਾ ਖਤਮ ਨਹੀਂ ਹੋਣਾ ਹੈ ਵੀ, alla interna della territoria Unione Europa, ਯੂਰਪੀਅਨ ਯੂਨੀਅਨ ਵਿੱਚ ਖਤਮ ਨਹੀਂ ਹੁੰਦਾ, ਕਿਉਂਕਿ ਸ਼ੁਰੂ ਤੋਂ ਯੂਰਪ ਵਿੱਚ ਹੁੰਦਾ ਲੇਕਿਨ ਖਤਮ ਯੂਰਪ ਵਿੱਚ ਨਹੀਂ ਹੁੰਦਾ। della Svizzera, ਸਵਿਟਜ਼ਰਲੈਂਡ ਦੇ ਵਿੱਚ ਜਿਹੜਾ EFTA ਦਾ ਮੈਂਬਰ ਹੈ, e della spazio economica Europa ਔਰ spazio economica SEE ਦਾ ਮੈਂਬਰ ਹੈ, ਇਹਨਾਂ ਵਿੱਚ ਖਤਮ ਨਹੀਂ ਹੁੰਦਾ। ma interessa territoria di una altri stati, ਲੇਕਿਨ ਇਹਦੇ ਵਿੱਚ ਖਤਮ ਹੋਣਾ ਜਿੱਥੇ ਜਾ ਕੇ ਇੱਕ ਹੋਰ ਸਟਾਤ ਹੋਏ, ਇੱਕ ਹੋਰ ਮੁਲਕ ਹੈ, ਯਾਨੀ ਕਿ ਰਸ਼ੀਆ ਵਗੈਰਾ ਜਿਵੇਂ ਫॉर एग्जांपल, तो फिर ETER ही लागू होगा, ना कि anziché 561/2006 GE, vero? E कहते पे il regolamento नंबर रेगुलमेंट ਜਿਹੜਾ ਕਾਨੂੰਨ ਹੈਗਾ 561/2006 GE, ਜਿਹੜਾ ਕਾਨੂੰਨ ਹੈਗਾ 561/2006 GE ਦਾ, ਮਟੀਰੀਅਲ ਦੀ durata massima di guida, ਮੈਕਸਿਮਮ ਡਰਾਈਵ ਕਰਨ ਦਾ ਟਾਈਮ ਜਿਹੜਾ ਹੈਗਾ, si applica per i trasporti su autobus, ਟਰਾਂਸਪੋਰਟ ਕਰ ਲਈ autobus ਨੂੰ, o sui veicoli di massa massima ammissibile superiore 3 o 5 tonnellate, ਜਾਂ ਫਿਰ ਜਿਹੜਾ ਜਹਾਜ਼ ਹੁੰਦੀ ਹੈ 3 ਜਾਂ 5 ਟਨ ਤੋਂ ਸੁਪਰੀਓਰੇ ਦਾ, ਸਵੋਲਤੀ ਤਰ੍ਹਾਂ ਯੂਨੀਅਨ ਯੂਰੋਪਾ ਜਿਹੜਾ ਹੁੰਦਾ ਹੈ ਯੂਰਪੀਅਨ ਯੂਨੀਅਨ ਵਿੱਚ, ਸਟਾਤੀ ਦella spazio economico Europa ਜਾਂ ਫਿਰ SEE ਵਿੱਚ ਜਿਹੜਾ ਹੁੰਦਾ ਹੈ। ਕਹਿੰਦੇ ਵੀ ਜਿਹੜਾ ਕਾਨੂੰਨ ਹੈਗਾ 561/2006 GE, in materia durata massima ਮੈਕਸਿਮਮ ਡਰਾਈਵ ਕਰਨ ਦਾ ਟਾਈਮ ਜਿਹੜਾ ਹੈਗਾ, si applica ਅਪਲਾਈ ਹੋਵੇਗਾ per trasporti su autobus, ਟਰਾਂਸਪੋਰਟ ਕਰਦੇ ਤੁਸੀਂ autobus, o su veicoli di massa massima ammissibile, ਮੈਕਸਿਮਮ ਜਿਹੜੀ ਜਹਾਜ਼ ਹੈਗੀ ਹੈ ਸੁਪਰੀਅਰ ਤੇ 3 o 5 ਟਨ, 3,5 ਟਨ ਲਾਤੇ 3.5 ਟਨ ਤੋਂ ਉੱਪਰ ਜਿਹੜਾ ਹੈਗਾ, ਸਵੋਲਤੀ ਤਰ੍ਹਾਂ ਯੂਨੀਅਨ ਯੂਰੋਪਾ, ਜਿਹੜਾ ਯੂਰਪੀਅਨ ਯੂਨੀਅਨ ਵਿੱਚ ਕਰਦੇ ਹੋ, ਸਟਾਤੋ ਦੀ della spazio economico Europa ਜਾਂ ਫਿਰ SEE ਵਿੱਚ ਕਰਦੇ ਹੋ, ਤੇ ਉੱਥੇ ਕੀ ਹੋਵੇਗਾ? ਅਪਲਾਈ ਹੋਵੇਗਾ ਕਾਨੂੰਨ 561/2006 GE। ਜ਼ਾਹਰੀ ਗੱਲ ਹੈ ਕਿਉਂਕਿ ਤੁਸੀਂ ਇਹਦੇ ਵਿੱਚ ਹੀ ਖਤਮ ਹੋ ਰਹੇ ਹੋ, ਯੂਰਪੀਅਨ ਯੂਨੀਅਨ ਵਿੱਚ ਹੀ ਕਰ ਰਹੇ ਹੋ, ਤਾਂ ਫਿਰ ਅਪਲਾਈ ਤਾਂ ਹੋਵੇਗਾ। ਠੀਕ ਹੈ, ਜਾਂ autobus ਜਾਂ ਫਿਰ 3.5 ਟਨ ਵਾਲੀ ਗੱਡੀ। ਇਹ ਕਹਿੰਦੇ ਵੀ ਕੰਦੂਚੈਂਤੇ ਜਿਹੜਾ ਡਰਾਈਵਰ ਹੈ, autobus ਬੇਸਿਕਲੀ 9 ਤੋਂ ਪਲੱਸ ਬੰਦੇ ਹੀ ਲੈ ਕੇ ਜਾਣੀ ਹੁੰਦੀਆਂ ਨੇ, डिपेंड करते कि autobus तो कितनी बड़ी है कितनी छोटी है। कहने ये conducente di autoveicoli, ਜਿਹੜਾ ਡਰਾਈਵਰ ਹੈਗਾ conducente di autobus, di un autobus, ਇੱਕ autobus ਜਿਹੜਾ ਡਰਾਈਵਰ ਹੈਗਾ ਮੈਟ੍ਰਿਕੁਲਾਤੋ in Italia, ਜਿਹੜੀ ਕਿ ਨੰਬਰ ਪਲੇਟ ਇਸ਼ੂ ਹੈ, ਡਾਕੂਮੈਂਟ ਇਸ਼ੂ ਹੈ ਨਾ, ਗੱਡੀ ਹੈਗੀ ਹੈ ਇਟਾਲੀਅਨ, ਕਿ ਸੀ ਰੀਕੀਅਨ ਫਰਾਂਸ ਜਿਹਨੇ ਕਿ ਫਰਾਂਸ ਜਾਣਾ ਹੈ। ਠੀਕ ਹੈ, ਹੁਣ ਇਟਾਲੀਅਨ ਗੱਡੀ ਜਾਣਾ ਉਹਨਾਂ ਫਰਾਂਸ ਹੈ, ਯੂਰਪੀਅਨ ਯੂਨੀਅਨ ਵਿੱਚ ਜਾਣਾ ਨਾ, ਫਿਰ 561/2006 'ਚ ਹੀ ਲੱਗਣਾ ਚਾਹੀਦਾ ਨਾ,
ਕਹਿੰਦੇ ਸਟਾto della Unione Europea ਯੂਰਪੀਅਨ ਵਿੱਚ devo osservare tempi massimi guida ਕਹਿੰਦੇ ਮੈਕਸਿਮਮ ਟਾਈਮ ਡਰਾਈਵ ਕਰਨੇ ਦਾ ਉਹ ਧਿਆਨ ਰੱਖੇ guida previsto dall'accordo ETHER ਕਹਿੰਦੇ ਅਕੋਰਡ ਕਾਨੂੰਨ ਜਿਹੜਾ ਐਥਰ ਦਾ ਹੈਗਾ ਉਹਦੇ ਅਕੋਰਡਿੰਗ ਯਾਰ ਇਹ ਐਥਰ ਦੇ ਅਕੋਰਡਿੰਗ ਤੇ ਥੋੜ੍ਹੀ ਆਵੇਗਾ ਕਿਉਂਕਿ ਯੂਰਪੀਅਨ ਯੂਨੀਅਨ ਵਿੱਚ ਹੈ ਇਸ ਕਰਕੇ 561/2006 ਜਿਹੜਾ 12 CE ਆਵੇਗਾ ਇਸ ਕਰਕੇ ਇਹ ਗਲਤੀ ਨੇ ਫਾਲਸ ਹੋਇਆ ਜਿਹੜਾ ਕਿ ਤੁਸੀਂ ਚੀਕ ਕਰ ਲਗੇ ਹੋ ਇਸੇ ਬਾਰੇ ਫੋਕਸ ਕਰਾਉਣ ਲੱਗੇ ਨੇ ਤੁਹਾਨੂੰ ਐਥਰ ਇੱਥੇ ਲਾਗੂ ਨਹੀਂ ਨਾ ਐਥਰ ਯੂਰਪ ਤੋਂ ਬਾਹਰ ਜਾਓਗੇ ਜਿਵੇਂ ਰਸ਼ੀਆ ਹੋਵੇ ਤਾਂ ਲਾਗੂ ਹੋਵੇ ਹਾਂਜੀ ਤੇ ਲੋ ਜੀ ਅਸੀਂ ਗੱਲ ਕਰਾਂਗੇ ਹੁਣ ਵਹੀਕਲ ਐਕਸਕਲੂਸਿਵ ਜਿਨ੍ਹਾਂ ਗੱਡੀਆਂ ਦੇ ਉੱਤੇ ਲਾਗੂ ਨਹੀਂ ਹੁੰਦਾ ਰੈਗੂਲਰ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ 12 ਨੰਬਰ ਚੈਪਟਰ ਵਿੱਚ ਅਸੀਂ ਮਜ਼ੀਦ ਡਿਟੇਲ ਦੇ ਨਾਲ ਦੱਸ ਚੁੱਕੇ ਹੋਏ ਤੁਹਾਨੂੰ ਜਿਹੜੀਆਂ ਗੱਡੀਆਂ ਐਕਸਕਲੂਸਿਵ ਯਾਨੀ ਕਿ ਜਿਨ੍ਹਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਜਿਨ੍ਹਾਂ ਨੂੰ ਪ੍ਰਭਾਵਿਤ ਅਸਰਅੰਦਾਜ਼ ਨਹੀਂ ਕਰਦਾ ਰੈਗੂਲਰ ਕਾਨੂੰਨ ਜਿਹੜਾ ਹੈਗਾ 561/2006 CE ਭਾਵੇਂ ਗੱਡੀਆਂ 3.5 ਟਨ ਦੇ ਉੱਤੇ ਵੀ ਹੋਣ ਫਿਰ ਵੀ ਇਹ ਪ੍ਰਭਾਵਿਤ ਨਹੀਂ ਕਰਦਾ ਕਿਹੜੀ ਗੱਡੀ ਨਹੀਂ ਕਰਦਾ ਇੱਕ ਨੰਬਰ ਤੇ ਦੇਖ ਲਓ ਜੀ ਗੱਡੀ ਹੁੰਦੀ ਹੈ ਜਿਹੜੀ ਕਿ ਸਰਵੀਜ਼ਿਓ ਰੈਗੂਲਾਰੇ ਫੀਨੋ ਆ 50 ਕਿਲੋਮੀਟਰ 50 ਕਿਲੋਮੀਟਰ ਜਿਹੜੀ ਹੈ ਤੱਕ ਜਿਹੜੀ ਰੈਗੂਲਰਲੀ ਸਰਵਿਸ ਕਰ ਰਹੀ ਹੋਵੇ ਯਾਨੀ ਕਿ ਕੋਈ ਬੱਸ ਵਗੈਰਾ ਹੁੰਦੀ ਹੈ ਜਿਹੜੀ ਕਿ ਇੱਕ ਏਰੀਆ ਵਿੱਚ ਸਰਵਿਸ ਕਰ ਰਹੀ ਹੋਵੇ ਪਬਲਿਕ ਸਰਵਿਸ ਲਈ ਯੂਜ਼ ਹੁੰਦੀ ਹੋਵੇ ਮੈਕਸੀਮਮ 50 ਕਿਲੋਮੀਟਰ ਤੱਕ ਹੁੰਦਾ ਹੋਵੇ ਪਬਲਿਕ ਸਰਵਿਸ ਉਹਦੇ ਤੋਂ ਵੱਧ ਰਹਿੰਦੀ ਹੋਵੇ ਉਹਦੇ ਲਈ ਵੀ ਕਾਰਤਾ ਟਾਕੀਗ੍ਰਾਫੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨੇ 50 ਕਿਲੋਮੀਟਰ ਤੋਂ ਵੱਧ ਜਾਣੀ ਨਹੀਂ ਹੈ ਉਸ ਤੋਂ ਬਾਅਦ ਜੀ ਜਿਹੜੇ ਹੁੰਦੇ ਨੇ ਗੱਡੀਆਂ ਜਿਹੜੀਆਂ 40 ਕਿਲੋਮੀਟਰ ਪਰ ਆਵਰ ਤੋਂ ਓਵਰ ਸਪੀਡ ਨਹੀਂ ਹੋ ਸਕਦੀਆਂ ਜਿਵੇਂ ਕਿ ਟਰੈਕਟਰ ਹੁੰਦੇ ਨੇ ਫੋਰ ਐਗਜ਼ਾਮਪਲ ਟਰੈਕਟਰ ਵੀ ਜਿਹੜੇ ਨੇ 40 ਕਿਲੋਮੀਟਰ ਪਰ ਆਵਰ ਤੋਂ ਓਵਰ ਸਪੀਡ ਜਿਹੜੇ ਨਹੀਂ ਹੁੰਦੇ ਉਹ ਵੀ ਐਕਸਕਲੂਸਿਵ ਹੁੰਦੇ ਨੇ ਉਹਨਾਂ ਨੂੰ ਵੀ ਇਹ ਰੈਗੂਲਰ 561/2006 12 CE ਲਾਗੂ ਨਹੀਂ ਹੁੰਦਾ ਵੀ ਜਿਹੜੀਆਂ ਬਿਜਲੀ ਤਰਫੋਂ ਕੋ ਅੱਗ ਬੁਝਾਉਣ ਵਾਲੀ ਗੱਡੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜੀਆਂ ਆਉਂਦੀਆਂ ਨੇ ਕਮਰਸ਼ੀਅਲ ਦੇ ਤੌਰ 'ਤੇ ਯੂਜ਼ ਨਹੀਂ ਨੋਨ ਕਮਰਸ਼ੀਅਲੇ ਫਿਨੋ 7,5 ਤੁਹਾਨੂੰ ਲਾਤੇ ਜਿਵੇਂ ਸਰਵਿਸ ਦੇ ਪਲਾਜ਼ਾ ਗੱਡੀਆਂ ਨਹੀਂ ਹੁੰਦੀਆਂ ਵੀ ਸਰਵਿਸ ਦੇ ਪਲਾਜ਼ਾ ਅਸੀਂ ਕੋਂਤੋ ਤੈਰਜੀ ਕੋਂਤੋ ਪ੍ਰੋਪੀਓ ਦੇ ਨਾਲ ਇੱਕ ਸਰਵਿਸ ਦੇ ਪਲਾਜ਼ਾ ਹੀ ਪੜ੍ਹਦੇ ਹਾਂ ਜਿਹੜੀ ਗੌਰਮੈਂਟ ਦੇ ਅੰਡਰ ਕੰਮ ਕਰਦੀ ਹੈ ਗੱਡੀ ਔਰ ਉਹ ਗੱਡੀਆਂ ਨੇ ਇਹ ਜਿਹੜੀਆਂ ਭਾਵੇਂ ਨੋਨ ਕਮਰਸ਼ੀਅਲ ਜਿਹਨਾਂ ਨੂੰ ਕਹਿੰਦੇ ਨੇ ਉਹ 7.5 ਟਨ ਤੱਕ ਹੋਣ ਅਤੇ ਉਹਨਾਂ ਦੇ ਲਈ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ 561/2006 2012 CE ਇਹਦੇ ਤੋਂ ਇਲਾਵਾ ਸਟੋਰੀਕੋ ਜਿਹੜੀ ਵਹੀਕਲ ਸਟੋਰੀਕੋ ਹੁੰਦੀਆਂ ਨੇ ਉਹਨਾਂ 'ਤੇ ਵੀ ਕਾਨੂੰਨ ਨਹੀਂ ਲਾਗੂ ਆਉਂਦਾ ਵੀ ਉਹਦੇ ਤੋਂ ਇਲਾਵਾ ਇਹ ਜਿਹੜੀ ਸਕੋਰਸ ਸਟਰਾਦਾਲੇ ਹੁੰਦੀ ਹੈ ਫੋਕਸ ਰੱਖਣਾ ਧਿਆਨ ਰੱਖਣਾ ਜਿਹੜੀ 100 ਕਿਲੋਮੀਟਰ ਹੋਵੇਗੀ ਨਾ ਅੰਡਰ ਕੰਮ ਕਰਦੀ ਹੋਵੇਗੀ 100 ਕਿਲੋਮੀਟਰ ਦੇ ਵਿੱਚ ਉਹਨਾਂ 'ਤੇ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਜਿਹੜੀ 100 ਕਿਲੋਮੀਟਰ ਤੋਂ ਓਵਰ ਕਰਦੀ ਹੋਵੇਗੀ ਜਿਵੇਂ ਕਿ ਫੋਰ ਐਗਜ਼ਾਮਪਲ ਆਟੋ ਸਟਰਾਦੇ ਵਾਲੀਆਂ ਗੱਡੀਆਂ ਹੁੰਦੀਆਂ ਨੇ ਸਕੋਰਸ ਸਟਰਾਦਾਲੇ ਆਟੋ ਸਟਰਾਦੇ 'ਤੇ ਜਿਹੜੀਆਂ ਚੱਲਦੀਆਂ ਨੇ ਜ਼ਾਰੀ ਗੱਲ ਉਹਨਾਂ ਦਾ ਰੇਂਜ 100 ਕਿਲੋਮੀਟਰ ਤੋਂ ਵੱਧ ਹੁੰਦੀ ਹੈ ਫਿਰ ਉਹਨਾਂ ਦੇ ਵਿੱਚ ਜਿਹੜਾ ਕਾਰਤਾ ਟਾਕੀਗ੍ਰਾਫੀ ਲਾਜ਼ਮੀ ਹੈ ਯਾਨੀ ਕਿ ਉਹ ਉਹਨਾਂ ਨੂੰ ਅਸਰਅੰਦਾਜ਼ ਯਾਨੀ ਕਿ ਉਹਨਾਂ ਨੂੰ ਲਾਗੂ ਹੁੰਦਾ ਪ੍ਰਭਾਵਿਤ ਕਰਦਾ ਹੈ 561/2006 12 CE ਜਿਹੜਾ ਕਾਨੂੰਨ ਹੈ ਯਾਨੀ ਕਿ ਜੇ ਫਿਨੋ 100 ਕਿਲੋਮੀਟਰ ਸਕੋਰਸ ਸਟਰਾਦਾਲੇ ਓਵਰ ਤੇ ਫਿਰ ਉਹਨੂੰ ਪ੍ਰਭਾਵਿਤ ਅਸਰਅੰਦਾਜ਼ ਨਹੀਂ ਕਰਦੀ ਫਿਰ ਇਸ ਤੋਂ ਇਲਾਵਾ ਐਂਬੂਲੈਂਸ ਜਿਹੜੀਆਂ ਹੁੰਦੀਆਂ ਨੇ ਐਂਬੂਲੈਂਸ ਵੀ ਜਿਹੜੀਆਂ ਨੇ ਇਹਨਾਂ ਨੂੰ ਵੀ ਇਹ ਜਿਹੜੀਆਂ ਗੱਡੀਆਂ ਨੇ ਐਂਬੂਲੈਂਸ ਇਹ ਵੀ ਐਕਸਕਲੂਸਿਵ ਹੁੰਦੀਆਂ ਨੇ ਆਪਣਾ 561/2006 12 CE ਦੇ ਕਾਨੂੰਨ ਤੋਂ ਫਿਰ ਇਸ ਤੋਂ ਇਲਾਵਾ ਆਰਮੀ ਦੀਆਂ ਗੱਡੀਆਂ ਫਿਰ ਰੋਡ 'ਤੇ ਸਫਾਈ ਸੁਥਰਾਈ ਕਰਨ ਵਾਲੀ ਗੱਡੀਆਂ ਇਸ ਟਾਈਪ ਦੀਆਂ ਗੱਡੀਆਂ ਜਿਹੜੀਆਂ ਨਾਲ ਹੋਰ ਕਾਫੀ ਕਿਸਮ ਦੀਆਂ ਹੁੰਦੀਆਂ ਨੇ ਇਸ ਟਾਈਪ ਦੀਆਂ ਅਤੇ ਇਹ ਲੋ ਜੀ ਤਕਰੀਬਨ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਇਹ ਸਾਰੀਆਂ ਐਕਸਕਲੂਸਿਵ ਹੁੰਦੀਆਂ ਨੇ ਜਿਹਦੇ ਵਿੱਚ ਮੈਂ ਫਿਰ ਤੁਹਾਨੂੰ ਦੱਸ ਰਿਹਾ 12 ਨੰਬਰ ਚੈਪਟਰ ਦੇ ਵਿੱਚ ਜਿਹੜਾ ਚੀਕੂਚੀ ਮੈਰਚੀ ਦਾ ਪਹਿਲਾ ਚੈਪਟਰ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਮਜ਼ੀਦ ਡਿਟੇਲ ਦੇ ਨਾਲ ਦੱਸਿਆ ਹੋਇਆ ਕਿਹੜੀ ਐਕਸਕਲੂਸਿਵ ਨੇ ਜਿਨ੍ਹਾਂ ਨੂੰ ਅਸਰਅੰਦਾਜ਼ ਨਹੀਂ ਕਰਦਾ 561/2006 12 CE ਸ਼ੁਰੂ ਕਰਦੇ ਇਹਦੇ ਬਾਰੇ ਕੁਐਸਚਨ ਜਿਹੜਾ ਪਹਿਲਾਂ ਹੈਗਾ ਕਿ ਰੈਗੂਲਮੈਂਟ ਜਿਹੜਾ ਕਾਨੂੰਨ ਹੈਗਾ ਇਲ ਨੰਬਰ 561/2006 12 CE ਇਹ ਜਿਹੜਾ ਕਾਨੂੰਨ ਹੈਗਾ ਇਨ ਮੈਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਈਦਾ ਜਿਹੜਾ ਮੈਕਸੀਮਮ ਡਰਾਈਵ ਕਰਨ ਦਾ ਟਾਈਮ ਹੈਗਾ ਨੋਨ ਸੀ ਅਪਲੀਕਾ ਨਹੀਂ ਅਪਲਾਈ ਹੋਵੇਗਾ ਇਹ ਕੰਡੂਚੈਂਟ ਦੀ ਐਟੋਬੂਸ ਦੇ ਡਰਾਈਵਰ ਲਈ ਅਪਲਾਈ ਨਹੀਂ ਹੋਵੇਗਾ ਕਿਹੜੇ ਐਟੋਬੂਸ ਦੇ ਡਰਾਈਵਰ ਲਈ ਅਪਲਾਈ ਨਹੀਂ ਹੋਵੇਗਾ ਇਨ ਸਰਵਿਸ ਰੈਗੂਲਰ ਦੀ ਲੀਨੀਆ ਜਿਹੜਾ ਸਰਵਿਸ ਰੈਗੂਲਰ ਦੀ ਲੀਨੀਆ ਹੈ ਯਾਨੀ ਕਿ ਰੈਗੂਲਰਲੀ ਸਰਵਿਸ ਕਰ ਰਿਹਾ ਹੈ ਇਨ ਪਰਕੋਰਸੋ ਨੋਨ ਸੁਪੇਰਾ 50 ਕਿਲੋਮੀਟਰ ਜਿਹੜਾ ਇੱਕ ਪਰਕੋਰਸੋ ਕਰਦੀ ਹੈ 50 ਕਿਲੋਮੀਟਰ ਤੋਂ ਵੱਧਾ ਨਹੀਂ ਹੈ ਯਾਨੀ ਕਿ 50 ਕਿਲੋਮੀਟਰ ਦੇ ਅੰਦਰ ਜੇ ਉਹਦਾ ਸਰਕਲ ਹੈ ਜੇ 50 ਕਿਲੋਮੀਟਰ ਦੇ ਅੰਡਰ ਉਹ ਇੱਕ ਸਰਵਿਸ ਦੇ ਰਹੀ ਹੈ ਬੱਸ ਅਤੇ ਉਹਦੇ 'ਤੇ ਫਿਰ ਇਹ ਕਾਨੂੰਨ ਜਿਹੜਾ 561/2006 12 CE ਜਿਹੜਾ ਹੈ ਇਹ ਲਾਗੂ ਨਹੀਂ ਹੋਣ ਲੱਗਾ ਇੱਧਰੋਂ ਸਕੈਂਪੇ ਫਿਰ ਹੋਇਆ ਜਿਵੇਂ ਮੈਂ ਸਭ ਤੋਂ ਪਹਿਲੇ ਉੱਤੇ ਤੁਹਾਨੂੰ ਦੱਸਿਆ ਸੀ ਵਹੀਕਲ ਐਕਸਕਲੂਸਿਵ ਵਿੱਚ ਆਉਂਦੇ ਨੇ ਆਈ ਕਹਿੰਦੇ ਵੀ ਇਲ ਰੈਗੂਲਾਮੈਂਟ ਇਹ ਰੈਗੂਲਾਮੈਂਟ ਨੰਬਰ 561/2006 12 CE ਜਿਹੜਾ ਹੈ ਇਨ ਮਟੀਰੀਆ ਦੁਰਾਤਾ ਮਾਸੀਮਾ ਦੀ ਗੁਈਦਾ ਮੈਕਸੀਮਮ ਜਿਹੜਾ ਡਰਾਈਵ ਕਰਨ ਦਾ ਟਾਈਮ ਹੈਗਾ ਨੋਨ ਸੀ ਅਪਲੀਕਾ ਨਹੀਂ ਅਪਲਾਈ ਹੋਣ ਲੱਗਾ
I conducente di veicoli la velocità massima autorizzata di 40 km/h। ਗੱਡੀ ਦੇ ਡਰਾਈਵਰ ਜਿਹੜੇ ਨੇ ਜਿਨ੍ਹਾਂ ਦੀ ਗਤੀ ਸਪੀਡ ਮੈਕਸਿਮਮ ਆਥੋਰਾਈਜ਼ਡ ਹੈਗੀ ਹੈ 40 km/h। 40 km/h ਮੈਂ ਤਾਂ ਉੱਤੇ ਤੁਹਾਨੂੰ ਦੱਸਿਆ ਜਿਵੇਂ ਕਿ ਫੋਰ ਐਗਜ਼ਾਮਪਲ ਟਰੈਕਟਰ ਹੁੰਦੇ ਨੇ ਜਿਨ੍ਹਾਂ ਦੀ ਮੈਕਸ ਸਪੀਡ 40 ਤੋਂ ਨਹੀਂ ਵੱਧਦੀ ਹੈ ਵੀ ਮੈਕਸਿਮਮ ਸਪੀਡ ਲਿਮਿਟ ਹੁੰਦੀ ਹੈ 40, ਉਹਨਾਂ ਗੱਡੀਆਂ 'ਤੇ ਵੀ ਕਾਨੂੰਨ ਲਾਗੂ ਨਹੀਂ ਹੋਣਗਾ। ਅੱਗੇ ਕਹਿੰਦੇ ਵੀ ਜੀ ਇਹ ਰੈਗੂਲਰਮੈਂਟ ਰੈਗੂਲਰਲੀ ਜਿਹੜਾ ਹੈ ਇਹ ਨੰਬਰ 561 2006 ਬ੍ਰੈਕਟ ਚੀਜ਼ ਈ ਜਿਹੜਾ ਹੈ ਇਹ ਕਾਨੂੰਨ ਜਿਹੜਾ ਇਨ ਮਟੀਰੀਆ ਦੁਰਾਤੀ ਮਾਸਿਮਾ ਦੀ ਗੁਈਦਾ ਜਿਹੜਾ ਮਟੀਰੀਅਲ ਮੈਕਸਿਮਮ ਡਰਾਈਵਿੰਗ ਦਾ ਟਾਈਮ ਦੱਸਦਾ ਹੈ non si applica né apply e conducenti di forze veicoli delle forze armate ਹੁੰਦੀਆਂ ਨੇ ਜੀ ਕਿ ਮੈਂ ਤੁਹਾਨੂੰ ਦੱਸਿਆ ਸੀ ਆਰਮੀ ਵਗੈਰਾ ਦੇ ਵਹੀਕਲਸ ਵਗੈਰਾ ਆਰਮੀ ਦੇ ਰਿਲੇਟਡ ਜਿਹੜੀਆਂ ਗੱਡੀਆਂ ਹੋਣਗੀਆਂ ਨਾ ਉਹ ਗੱਡੀਆਂ 'ਤੇ ਵੀ ਇਹ ਕਾਨੂੰਨ ਲਾਗੂ ਨਹੀਂ ਹੋਣਾ ਇਸ ਕਰਕੇ ਇਹ ਵੀ ਦਰੁਸਤ ਕਹਿਣ 'ਤੇ ਫਿਰ ਹੋਇਆ। ਇਹ ਕਹਿੰਦੇ ਪਏ ਇਹ ਨੋਰਮਾਟਿਵਾ ਵਿਜੈਂਟੇ ਨੋਰਮਾਟਿਵਾ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਇਨ ਮਟੀਰੀਆ ਦੀ ਦੁਰਾਤਾ ਮਾਸਿਮਾ ਦੀ ਗੁਈਦਾ ਜਿਹੜਾ ਮਟੀਰੀਅਲ ਹੈਗਾ ਦੁਰਾਤਾ ਮੈਕਸਿਮਮ ਟਾਈਮ ਜਿਹੜਾ ਡਰਾਈਵ ਕਰਨੇ ਦਾ non si applica né apply ਹੋਣ ਲਗਾ। I conducente di veicolo utilizzati in situazione di emergenza ਜਿਹੜੇ ਡਰਾਈਵਰ ਇਸਤੇਮਾਲ ਕਰਦੇ ਨੇ ਸਿਚੁਏਸ਼ਨ ਐਮਰਜੈਂਸੀ ਵਿੱਚ ਇਹਦੀ ਆਪਰੇਸ਼ਨ ਦੀ ਸਲਵਾਤਾਜੀ ਔਰ ਆਪਰੇਸ਼ਨ ਸਲਵਾਤਾਜੀ ਉਹਨੇ ਕਿਸੇ ਨੂੰ ਬਚਾਉਣ ਲਈ ਸੇਫ ਕਰਨ ਲਈ ਐਮਰਜੈਂਸੀ ਦੀ ਸਿਚੁਏਸ਼ਨ ਵਿੱਚ ਕਿਹੜੀਆਂ ਗੱਡੀਆਂ ਹੁੰਦੀਆਂ ਨੇ ਐਂਬੂਲੈਂਸ ਹੋ ਗਈ ਬਿਜਲੀ ਦਾ ਫੋਕੋ ਹੋ ਗਈ ਇਸ ਟਾਈਪ ਦੀ ਜਿਹੜੀ ਗੱਡੀਆਂ ਹੋਣਗੀਆਂ ਜਿਹੜੀਆਂ ਮਦਦ ਕਰਨ ਲਈ ਹੁੰਦੀਆਂ ਨੇ ਉਹ ਗੱਡੀਆਂ 'ਤੇ ਵੀ ਇੱਕ ਕਾਨੂੰਨ ਨੋਰਮਾਟਿਵਾ ਜਿਹੜਾ ਹੈ ਇਹ ਲਾਗੂ ਨਹੀਂ ਹੋਣ ਲਗਾ। ਕਹਿੰਦੇ ਮੈਂ ਨੋਰਮਾਟਿਵਾ ਵਿਜੈਂਟ ਜਿਹੜਾ ਲਾਗੂ ਹੁੰਦਾ ਹੈ ਦੁਰਾਤਾ ਮਾਸਿਮਾ ਦੀ ਗੁਈਦਾ non si applica ਨਹੀਂ ਅਪਲਾਈ ਹੋਣ ਲਗਾ। ਦਰੁਸਤ ਕਹਿੰਦੇ ਫਿਰ ਹੋਇਆ। ਇਹ ਕਹਿੰਦੇ ਬੇ la normativa vigente ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਇਨ ਮਟੀਰੀਆ ਦੀ ਦੁਰਾਤਾ ਮਾਸਿਮਾ ਦੀ ਗੁਈਦਾ ਜਿਹੜਾ ਮਟੀਰੀਅਲ ਹੈਗਾ ਦੁਰਾਤਾ ਮੈਕਸਿਮਮ ਡਰਾਈਵ ਕਰਨੇ ਦਾ non si applica ਨਹੀਂ ਅਪਲਾਈ ਹੋਣ ਲਗਾ। ਇੱਕ conducente di veicoli ਗੱਡੀ ਦੇ ਡਰਾਈਵਰ ਦੇ ਉੱਤੇ adibiti per scorso stradale ਜਿਹੜੀ scorso stradale ਗੱਡੀਆਂ ਨੇ ਕਿ operano entro un raggio di 100 km ਜਿਹੜੇ 100 ਕਿਲੋਮੀਟਰ ਦੇ ਅੰਦਰ ਅੰਦਰ ਜਾਂਦੀਆਂ ਨੇ ਪਰ della proprio base della operativa ਕਿਉਂਕਿ ਇਹ ਇਹਨਾਂ ਦੀ ਲਿਮਿਟ ਹੈਗੀ ਮੈਕਸ 100 ਕਿਲੋਮੀਟਰ ਉਹਨਾਂ 'ਤੇ ਲਾਗੂ ਨਹੀਂ ਹੋਣ ਲਗਾ। ਜਿਹੜੀ 800 ਦੀ ਵਗੈਰਾ ਤਾਂ ਹੋਵੇਗੀ ਜਿਹੜੀ ਗੱਲ ਉਹਦਾ ਰਿਜਿਓ ਜ਼ਰਾ ਜ਼ਿਆਦਾ ਹੁੰਦਾ ਉਹਦੀ ਥਾਂ ਓਪਰੇਟ ਕਰਨੀ ਜਿੰਨੇ ਉਹ ਜ਼ਿਆਦਾ ਹੋਵੇਗੀ ਇਸ ਕਰਕੇ ਉੱਥੇ ਉਹਨੂੰ ਲਾਗੂ ਹੋਵੇਗਾ। ਜੇ 100 ਕਿਲੋਮੀਟਰ ਦੇ ਅੰਡਰ ਰਹਿ ਕੇ ਕੰਮ ਕਰਨਾ ਹੈ ਇਹਦਾ ਏਰੀਆ 100 ਕਿਲੋਮੀਟਰ ਦੇ ਅੰਡਰ ਹੈ ਇਹਦੀ ਰੇਂਜ 100 ਕਿਲੋਮੀਟਰ ਦੇ ਅੰਡਰ ਹੈ ਸਕੋਰਸੋ ਸਟਰਾਦਾਲੇ ਜਿਹੜੀ ਗੱਡੀਆਂ ਐਕਸੀਡੈਂਟ ਹੋਇਆ ਚੱਕ ਕੇ ਲੈ ਜਾਂਦੇ ਨਾ ਉਹਨੂੰ ਸਕੋਰਸੋ ਸਟਰਾਦਾਲੇ ਕਹਿੰਦੇ ਨੇ ਉਹ ਗੱਡੀਆਂ ਇਸ ਸੂਰਤ ਦੇ ਵਿੱਚ ਉਹਨਾਂ 'ਤੇ ਅਪਲਾਈ non si applica ਨਹੀਂ ਅਪਲਾਈ ਹੋਣ ਲਗਾ। ਨੋਰਮਾਟਿਵਾ 561 12/2006 ਬ੍ਰੈਕਟ 6E। ਅਤੇ ਲਓ ਜੀ ਅੱਗੇ ਹੈਗਾ 3 ਨੰਬਰ ਕੁਐਸਚਨ la normativa ਜਿਹੜਾ ਕਾਨੂੰਨ ਵਿਜੈਂਟ ਲਾਗੂ ਹੁੰਦਾ ਹੈ ਇਨ ਮਟੀਰੀਆ ਦੁਰਾਤਾ ਮਾਸਿਮਾ ਦੀ ਗੁਈਦਾ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਮੈਕਸਿਮਮ ਡਰਾਈਵ ਕਰਨੇ ਦੇ ਟਾਈਮ 'ਤੇ ਕਿਹੜਾ ਕਾਨੂੰਨ ਹੁੰਦਾ ਸੇਮ ਉਹੀ ਕਾਨੂੰਨ ਹੈ ਜਿਹੜਾ ਅਸੀਂ ਪਹਿਲੀ ਵਾਰ ਡਿਸਕਸਿੰਗ ਕਰ ਰਹੇ ਸੀ ਇਹਦੇ ਬਾਰੇ 561 12/2006 12/6E ਕਾਨੂੰਨ ਜਿਹੜਾ ਕਹਿੰਦੇ ਮੈਂ non si applica ਨਹੀਂ ਅਪਲਾਈ ਹੋਣਾ conducente di veicoli ਜਿਹੜੇ ਗੱਡੀ ਦੇ ਡਰਾਈਵਰ ਹੈਗੇ ਨੇ sottoporsi a prova su strada di riparazione e manutenzione ਰਿਪੇਅਰ ਦੇ ਲਈ ਔਰ ਮੇਨਟੇਨੇਸ਼ਨ ਦੇ ਲਈ ਜਿਹੜੀ ਗੱਡੀ ਹੋਵੇਗੀ ਉਹ ਗੱਡੀ 'ਤੇ ਵੀ ਕਾਨੂੰਨ ਲਾਗੂ ਨਹੀਂ ਹੋਣਗਾ। ਦਰੁਸਤ ਕਹਿੰਦੇ ਫਿਰ ਹੋਇਆ। ਇਹ ਕਹਿੰਦੇ ਬੇ ਇਹ ਨੋਰਮਾਟਿਵਾ ਵਿਜੈਂਟੀ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਜੀ ਦੁਰਾਤਾ ਮਾਸਿਮਾ ਦੀ ਗੁਈਦਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ non si applica ਨਹੀਂ ਅਪਲਾਈ ਹੋਣਗਾ। ਇੱਕ conducente di veicoli massa massima non superiore 7,5 ਲਾਤੇ ਜਿਹੜਾ ਗੱਡੀ ਦਾ ਵਜ਼ਨ 7.5 ਤੋਂ non superiore non ਸੁਪਰ ਉੱਪਰ ਨਹੀਂ ਹੈ ਵੀ ਜਿਹੜੀ ਕਿ ਹੁਣ 7.5 ਤੋਂ ਉੱਤੇ ਨਹੀਂ ਹੈ non superiore 7.5 ਟਨ adibiti dal trasporto ਕਿਉਂਕਿ ਟਰਾਂਸਪੋਰਟ ਕੀਤੀ ਜਾਂਦੀ ਹੈ ਨੋਨ ਕਮਰਸ਼ੀਅਲੇ ਹੁਣ ਇਹ ਫੋਕਸ ਜ਼ਰੂਰ ਰੱਖਣਾ ਹੈ ਕਿਉਂਕਿ 3.5 ਟਨ ਤੋਂ ਉੱਤੇ ਵਾਲੀ ਗੱਡੀ ਦੇ ਕਾਰਨ ਟਾਕੀਗ੍ਰਾਫ ਜਿਹੜਾ ਹੈ ਉਹ ਓਬਲੀਗੇਟੋਰੀ ਹੋ ਜਾਂਦਾ ਹੈ ਲੇਕਿਨ ਇਹ ਕੁਐਸਚਨ ਦਾ ਧਿਆਨ ਰੱਖਣਾ ਕਿ ਨੋਨ ਸੁਪਰੀਅਰ 7.5 ਟਨ ਲੇਕਿਨ ਕਿਹੜੀ ਕਹਿ ਰਹੇ adibiti dal trasporto ਨੋਨ ਕਮਰਸ਼ੀਅਲੇ ਗੱਡੀ ਹੋਵੇਗੀ ਪਰ ਉਜ਼ੋ ਕੋਜ਼ੇ ਦੀ ਪਰ ਉਜ਼ੋ ਪ੍ਰਾਈਵੇਟ ਜੇ ਪ੍ਰਾਈਵੇਟਲੀ ਯੂਜ਼ ਹੋਵੇਗੀ ਪ੍ਰਾਈਵੇਟ ਯੂਜ਼ ਹੋਵੇਗੀ ਨੋਨ ਕਮਰਸ਼ੀਅਲ ਗੱਡੀ ਹੈ ਅਤੇ ਫਿਰ ਉਹਦੇ ਲਈ 7.5 ਟਨ ਤੱਕ ਛੂਟ ਹੈਗੀ ਹੈ। ਦਰੁਸਤ ਕਹਿੰਦੇ ਹੋਇਆ ਹੈ ਯਾਨੀ ਕਿ ਉਹਨੂੰ ਫਾਲੋ ਜਿਹੜਾ ਕਾਨੂੰਨ ਕਰਨੇ ਦੀ ਲੋੜ ਨਹੀਂ ਪੈਣ ਲੱਗੀ ਹੈ ਵੀ ਦੁਬਾਰਾ ਪੜ੍ਹਨੇ ਪਵੇਗਾ ਕੁਐਸਚਨ ਇਹ ਕਹਿੰਦੇ ਨੋਰਮਾਟਿਵਾ ਜਿਹੜਾ ਕਾਨੂੰਨ ਹੈਗਾ ਵਿਜੈਂਟੀ ਜਿਹੜਾ ਲਾਗੂ ਹੁੰਦਾ ਹੈ ਇਮੀਟੀਰੀਆ ਦੀ ਦੁਰਾਤਾ ਮਾਸਿਮਾ ਦੀ ਗੁਈਦਾ ਮਟੀਰੀਅਲ ਜਿਹੜਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ ਹੈਗਾ non si applica ਨਹੀਂ ਅਪਲਾਈ ਹੋਣ ਲਗਾ। ਇੱਕ conducente di veicoli di massa massima non superiore 7,5 ਲਾਤੇ 7.5 ਟਨ ਜਿਹੜਾ ਹੁਣ 7.5 7500 ਕਿਲੋ ਹੋ ਜਾਂਦਾ ਹੈ ਲਾਗੂ ਕਿੱਥੇ ਹੁੰਦਾ ਸੀ ਪਿਆ ਕਾਨੂੰਨ
3500 ਕਿਲੋ ਤੋਂ ਉੱਤੇ, ਸੁਪਰੀਅਰ 3500 ਕਿਲੋ ਯਾਨੀ ਕਿ 13.5 ਟਨ ਤੋਂ ਉੱਤੇ ਲਾਗੂ ਹੋ ਰਿਹਾ ਸੀ। ਲੇਕਿਨ ਇਹਦੇ 'ਚ ਕੀ ਹੈ, ਤੁਹਾਨੂੰ ਇੱਕ ਗੱਡੀ ਦੱਸੀ ਸੀ ਅਦੀਬੀ ਦਲ ਟਰਾਂਸਪੋਰਟ ਨੋਨ ਕਮਰਸ਼ੀਅਲ ਹੈ। ਇਹ ਉਹ ਨੋਨ ਕਮਰਸ਼ੀਅਲ ਗੱਡੀ ਹੈ, ਨੋਨ ਕਮਰਸ਼ੀਅਲ ਗੱਡੀ ਹੈ ਜਿਹੜੀ ਦੀ ਕੋਜ਼ ਹੈ ਪਰ ਉਜ਼ੋ ਪ੍ਰੀਵਾਤ ਹੋ ਪ੍ਰਾਈਵੇਟਲੀ ਜਿਹੜੀ ਯੂਜ਼ ਹੁੰਦੀ ਹੈ। ਇਸ ਗੱਡੀ ਦਾ ਫੋਕਸ ਰੱਖਣਾ ਹੈ। ਇਹ ਕੁਐਸਚਨ ਵੇਰ ਹੋਇਆ, ਠੀਕ ਹੈ। ਅਦਰਵਾਈਜ਼ 3.5 ਟਨ ਤੋਂ ਉੱਤੇ ਵਾਲੀ ਗੱਡੀ ਸਾਨੂੰ ਪਤਾ ਜਿਹੜੀ ਸਮਾਨ ਟਰਾਂਸਪੋਰਟ ਕਰਨ ਵਾਲੀ ਹੋਵੇ ਅਦੀਬੀ ਦਲ ਟਰਾਂਸਪੋਰਟ ਤੋਂ ਹੁੰਦੀ ਹੈ। ਉਹ ਅਦੀਬੀ ਦਲ ਟਰਾਂਸਪੋਰਟ ਤੋਂ ਨੋਨ ਕਮਰਸ਼ੀਅਲ ਹੀ ਨਹੀਂ ਹੁੰਦੀ ਉਹ, ਠੀਕ ਹੈ। ਇਸ ਕਰਕੇ ਧਿਆਨ ਰੱਖਣਾ, ਥੋੜਾ ਜਿਹਾ ਕੁਐਸਚਨ ਹੈ ਗਲਤ ਨਾ ਕਰ ਦੇਣਾ ਵੇਰੋ। ਇਹ ਕਹਿੰਦੇ ਵੀ 8 ਨੰਬਰ ਕੁਐਸਚਨ ਲਾ normativa vigente ਜਿਹੜਾ ਕਾਨੂੰਨ ਲਾਗੂ ਹੁੰਦਾ ਹੈ di materia di durata massima guida ਮੈਕਸਿਮਮ ਡਰਾਈਵ ਕਰਨੇ ਟਾਈਮ ਦੇ nella autotrasporto di merci ਜਦ ਤੁਸੀਂ ਟਰਾਂਸਪੋਰਟ ਕਰਦੇ ਹੋ ਸਮਾਨ ਸੀ ਐਪਲੀਕਾ ਅਪਲਾਈ ਹੋਵੇਗਾ ਕੰਡੂਚੈਂਟ ਦੀ ਵਿਕੋਲੀ ਕਹਿੰਦੇ ਗੱਡੀ ਦੇ ਡਰਾਈਵਰ ਦੇ ਉੱਤੇ ਦੀ ਕੁਆਲਿਸਿਆਸੀ ਮਾਸਾ ਮਾਸੀਮਾ ਮਸੀਬਲੇ ਕੁਆਲਿਸਿਆਸੀ ਮਾਸਾ ਤੇ ਜ਼ਿਆਦਾ ਲਾਗੂ ਨਹੀਂ ਹੁੰਦਾ ਜੀ, ਕਿਉਂਕਿ ਅਸੀਂ ਤੁਹਾਨੂੰ ਪਤਾ 3.5 ਟਨ ਤੋਂ ਉੱਤੇ ਨੂੰ ਲਾਗੂ ਹੁੰਦਾ, 3.5 ਟਨ ਥੱਲੇ ਨੂੰ ਲਾਗੂ ਨਹੀਂ ਹੁੰਦਾ। ਕੁਆਲਿਸਿਆਸੀ ਵਿੱਚ ਕੋਈ ਵੀ ਆ ਜਾਂਦਾ, 2 ਟਨ ਵੀ ਆ ਜਾਂਦਾ, 5 ਟਨ ਵੀ ਆ ਜਾਂਦਾ। ਇਸ ਕਰਕੇ ਕਿਉਂਕਿ 3.5 ਟਨ ਜਾਂ ਬਰਾਬਰ ਹੋਵੇ ਜਾਂ ਥੱਲੇ ਹੋਵੇ ਤਾਂ ਲਾਗੂ ਨਹੀਂ ਹੁੰਦਾ, ਇਸ ਕਰਕੇ ਫਾਲਸ ਹੋ। ਇੱਕ ਕੰਡੂਚੈਂਟ ਦੀ ਆਤੋਕਾਰੀ ਜਿਹੜਾ ਟਰੱਕ ਦਾ ਡਰਾਈਵਰ ਹੈਗੇ ਹੈ ਦੀ ਮਾਸਾ ਮਾਸੀਮਾ ਮਸੀਬਲੇ ਇਨਫੀਰੀਓਰੇ 3,5 ਲਾਤੇ ਹੁਣ 3.5 ਟਨ ਤੋਂ ਘੱਟ ਹੈ। ਜੇ ਬਰਾਬਰ ਵੀ ਹੁੰਦਾ ਨਾ ਫਿਰ ਵੀ ਲਾਗੂ ਨਹੀਂ ਸੀ ਹੁੰਦਾ। ਕਹਿੰਦੇ ਇਨਫੀਰੀਓਰੇ 3.5 ਟਨ ਆਤੋਕਾਰੀ ਟਰੱਕ sono soggettati alla disposizione comunitaria di materie di durata massima di guida ਕਹਿੰਦੇ ਵੀ ਜਿਹੜਾ ਮਟੀਰੀਅਲ ਹੁੰਦਾ ਦੁਰਾਤਾ ਮੈਕਸਿਮਮ ਦੀ ਗੁਈਦਾ ਸੁਲ ਆਟੋ ਟਰਾਂਸਪੋਰਟ ਦੀ ਮਰਜ਼ੀ ਕਹਿੰਦੇ ਵੀ ਜਿਹੜਾ ਆਟੋ ਟਰਾਂਸਪੋਰਟ ਦੀ ਮਰਜ਼ੀ ਹੁੰਦਾ ਹੈ ਕਹਿੰਦੇ sono soggettati ਯਾਨੀ ਕਿ ਇਹ ਵੀ ਇਹਦੇ ਵਿੱਚ ਸਬਜੈਕਟ ਵਿੱਚ ਹੈ ਨਹੀਂ, ਯਾਨੀ ਕਿ ਇਹ ਵੀ ਇਹਨੂੰ ਪ੍ਰਭਾਵਿਤ ਕਰਦੇ ਨੇ, ਅਸਰਅੰਦਾਜ਼ ਕਰਦੇ ਨੇ। ਦੇਖੋ ਜੀ ਇਹ 3.5 ਟਨ ਦੇ ਬਰਾਬਰ ਹੋਵੇ ਜਾਂ ਇਨਫੀਰੀਅਰ ਹੋਵੇ, ਫੀਨੋ 3.5 ਟਨ ਹੋਵੇ ਜਾਂ ਇਨਫੀਰੀਅਰ ਹੋਵੇ, ਉਹਨੂੰ ਪ੍ਰਭਾਵਿਤ ਅਸਰਅੰਦਾਜ਼ ਨਹੀਂ ਕਰਦਾ, ਉਹਨੂੰ ਲਾਗੂ ਨਹੀਂ ਹੁੰਦਾ। ਇਹ ਕਾਨੂੰਨ ਲਾਗੂ ਹੁੰਦਾ 3.5 ਟਨ ਤੋਂ ਉੱਤੇ ਵਾਲੀ ਗੱਡੀ ਨੂੰ। ਇਸ ਕਰਕੇ ਇਹ ਵੀ ਕੁਐਸਚਨ ਹੋ ਗਿਆ ਫਾਲਸੋ। ਇਹ ਕਹਿੰਦੇ normativa vigente ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਇਨ materia di durata massima di guida ਮੈਕਸਿਮਮ ਟਾਈਮ ਹੈਗਾ ਜਿਹੜਾ ਡਰਾਈਵ ਕਰਨੇ ਦਾ ਨਾਲ ਆਟੋ ਟਰਾਂਸਪੋਰਟ ਦੀ ਪਰਸੋਨੇ ਜਿਹੜੇ ਬੰਦੇ ਟਰਾਂਸਪੋਰਟ ਕਰਦੇ ਤੁਸੀਂ ਸੀ ਐਪਲੀਕਾ ਅਪਲਾਈ ਹੋਵੇਗਾ al conducente di autobus qualsiasi sia servizio svolto ਕਹਿੰਦੇ ਆ conducente di autobus ਦੇ ਡਰਾਈਵਰ ਦੇ ਲਈ quale qui sia il servizio svolto ਕੋਈ ਵੀ ਸਰਵਿਸ ਉਹ ਕਰਦੀ ਹੈ ਵੀ ਭਾਵੇਂ 50 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਕਰ ਰਹੀ ਹੈ ਫਿਰ ਵੀ ਯਾਰ ਜੇ 50 ਕਿਲੋਮੀਟਰ ਦੇ ਦਾਇਰੇ ਵਿੱਚ ਕਰ ਰਹੀ ਹੈ ਤਾਂ ਫਿਰ ਉਹਨੂੰ ਇਹ ਨੋਰਮੇਟਿਵ ਜਿਹੜਾ ਕਾਨੂੰਨ ਹੈ ਇਹ ਲਾਗੂ ਨਹੀਂ ਹੁੰਦਾ। ਜਿਹੜਾ 561/2006 12 ਦਾ ਕਾਨੂੰਨ ਹੈ ਜੇ 50 ਕਿਲੋਮੀਟਰ ਦੇ ਅੰਡਰ ਹੋਵੇ ਬੱਸ ਸਰਵਿਸ ਕਰ ਰਹੀ ਤਾਂ ਉਹਦੇ ਲਾਗੂ ਨਹੀਂ ਹੋਣ ਲੱਗਾ। ਇਸ ਕਰਕੇ ਕੁਐਸਚਨ ਫਾਲਸ ਹੋ। ਅਗੇਨ ਵੀ ਲੈ ਨੋਰਮੇ ਕਮਿਊਨਿਟਰੀ ਜਿਹੜੇ ਨੋਰਮੇ ਕਮਿਊਨਿਟਰੀ ਦੇ ਯਾਨੀ ਕਿ ਯੂਰਪੀਅਨ ਯੂਨੀਅਨ ਦੇ ਜਿਹੜੇ ਕਾਨੂੰਨ ਨੇ ਇਨ ਮਟੀਰੀਆ ਯਾਨੀ ਕਿ ਉਸੇ ਦੀ ਗੱਲ ਕਰ ਰਹੇ ਨੇ 561/2006 12 ਦੀ ਮਟੀਰੀਆ ਦੁਰਾਤਾ ਮਾਸੀਮਾ ਦੀ ਗੁਈਦਾ ਮੈਕਸਿਮਮ ਡਰਾਈਵ ਕਰਨ ਦਾ ਜਿਹੜਾ ਟਾਈਮ ਹੈਗਾ non si applica ਨਹੀਂ ਅਪਲਾਈ ਹੋਣ ਲੱਗਾ ਕੰਡੂਚੈਂਟ ਦੀ ਆਟੋਬੂਸ ਦੇ ਡਰਾਈਵਰ ਨੂੰ ਇਨ ਸਰਵਿਸ ਰੈਗੂਲਰ ਦੀ ਲੀਨੀਆ ਜਿਹੜੇ ਰੈਗੂਲਰਲੀ ਸਰਵਿਸ ਕਰਦੇ ਨੇ il cui percorso non supera di 80 km/h ਜੇ ਇੱਥੇ ਪਰਕੋਰਸੋ ਸੁਪਰ ਉੱਪਰ ਨਹੀਂ ਹੁੰਦਾ 80 km/h ਤੋਂ ਤੇ non si applica ਨਹੀਂ ਅਪਲਾਈ ਹੋਣ ਲੱਗਾ। ਗਲਤ ਕਿਨੇ ਵੀ ਫਾਲਸ ਹੋਇਆ ਕਿਉਂ ਨਹੀਂ ਅਪਲਾਈ ਹੋਣ ਲੱਗਾ ਹੋਵੇਗਾ ਅਪਲਾਈ ਕਿਉਂਕਿ 50 ਕਿਲੋਮੀਟਰ ਦੇ ਬੱਸ ਨੂੰ ਛੂਟ ਹੈਗੀ ਹੈ 80 ਕਿਲੋਮੀਟਰ ਨੂੰ ਛੂਟ ਜਾਂ ਬਚਤ ਨਹੀਂ ਹੈਗੀ ਕਿਉਂਕਿ ਬੱਸ ਵੀ ਹੋਵੇਗੀ ਮੈਕਸਿਮਮ 50 ਕਿਲੋਮੀਟਰ ਦੇ ਦਾਇਰੇ ਵਿੱਚ ਚੱਲਦੀ ਹੋਵੇ ਫਿਰ ਛੂਟ ਹੋਵੇਗੀ ਯਾਨੀ ਕਿ ਨੋਰਮੇਟਿਵ ਜਿਹੜਾ ਟਾਕੋਗ੍ਰਾਫ ਹੋ ਜਿਹੜਾ ਉਹਦਾ ਓਬਲੀਗੇਟੋਰੀ ਨਹੀਂ ਹੋਣ ਲੱਗਾ। ਜੇ 50 ਤੋਂ ਉੱਤੇ ਜਰੀ ਗੱਲ 50 ਤੋਂ 80 ਤੇ 50 ਤੋਂ ਉੱਤੇ ਹੀ ਹੁੰਦਾ ਨਾ ਇਸ ਕਰਕੇ ਲਾਗੂ ਹੋਣਾ ਸੀ ਫਾਲਸ ਹੋ। ਇਹ ਨੋਰਮੇਟਿਵ ਵਿਜੈਂਟ ਮਟੀਰੀਆ ਦੁਰਾਤਾ ਮਾਸੀਮਾ ਦੀ ਗੁਈਦਾ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਦੁਰਾਤਾ ਮੈਕਸਿਮਮ ਟਾਈਮ ਜਿਹੜਾ ਹੈ ਡਰਾਈਵ ਕਰਨੇ ਦਾ non si applica ਨਹੀਂ ਅਪਲਾਈ ਹੋਣ ਲੱਗਾ ਇਹ ਕੰਡੂਚੈਂਟ ਦੀ ਵਿਕੋਲੀ la cui velocità massima autorizzata di 50 km/h ਕਹਿੰਦੇ ਪਏ non si applica ਨਹੀਂ ਅਪਲਾਈ ਹੋਣ ਲੱਗਾ ਕੰਡੂਚੈਂਟ ਦੀ ਵਿਕੋਲੀ ਗੱਡੀ ਡਰਾਈਵਰ ਲਈ ਇਹ velocità massima autorizzata 50 km ਜਿਹੜੀ ਮੈਕਸਿਮਮ ਚੱਲਣ ਵਾਲੀ 50 km/h ਇਹ ਕੁਐਸਚਨ ਜਿਹੜਾ ਬੜਾ ਕਨਫਿਊਜ਼ ਕਰਨ ਵਾਲਾ ਹੈ ਕਿਉਂਕਿ ਮੈਕਸਿਮਮ ਸਪੀਡ ਨੂੰ ਜਿਹਨੂੰ ਛੂਟ ਮਿਲਦੀ ਹੈ ਨਾ ਕੰਸੈਸ਼ਨ ਮਿਲਦੀ ਹੈ ਉਹ ਹੈਗੀ ਹੈ 40 ਜਿਹੜੀ 40 km/h ਮੈਕਸੀ ਚੱਲਣ ਵਾਲੀ ਗੱਡੀਆਂ ਨੇ ਭਾਵੇਂ 3.5 ਟਨ ਤੋਂ ਉੱਤੇ ਵੀ ਹੋ ਜਾਣ ਉਹਨਾਂ ਨੂੰ ਛੂਟ ਮਿਲਦੀ ਹੈ 50 ਨੂੰ ਨਹੀਂ ਮਿਲਦੀ ਕਿਉਂਕਿ 50-40 ਨੂੰ ਜ਼ਿਆਦਾ ਹੁੰਦਾ ਇਸ ਕਰਕੇ ਫਾਲਸ ਹੋ। La normativa vigente ਜਿਹੜਾ ਕਾਨੂੰਨ ਲਾਗੂ ਹੁੰਦਾ ਦੀ ਇਨ ਮਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੁਈਦਾ ਜਿਹੜਾ ਮਟੀਰੀਅਲ ਹੈਗਾ ਮੈਕਸਿਮਮ ਡਰਾਈਵ ਕਰਨੇ ਦਾ ਟਾਈਮ ਦੀ si applica ਅਪਲਾਈ ਹੋਵੇਗਾ ਇੱਕ ਕੰਡੂਚੈਂਟ ਦੀ ਵਿਕੋਲੋ ਦੀ ਵਿਜਲੀ ਦਲ ਫੋਕੋ
ਕਹਿੰਦੇ ਕੰਦੂਚਿਆਂ ਤੇ ਜਿਹੜਾ ਡਰਾਈਵਰ ਹੈਗਾ ਬਿਜਲੀ ਦਲ ਫੋਕੋ ਹੁੰਦਾ ਅੱਗ ਬੁਝਾਉਣ ਵਾਲਾ। ਅੱਗ ਬੁਝਾਉਣ ਵਾਲਾ ਹੋਵੇਗਾ ਤਾਂ ਉਹਨੂੰ ਥੋੜੀ ਲਾਗੂ ਹੋਵੇਗਾ। अब बिजली दल फोको जे होवेगी तो उन्होंने एक कानून लागू नहीं होगा। ये कहते हैं लागू होगा, क्वेश्चन हो गया गलत, क्वेश्चन हो गया फालसो। अगर कहते हैं जी ला नॉर्माटिवा जो कानून है विजेंट लागू होंगे इन मटीरिया दी दुराता मासिमा दी गुइदा मैक्सीमम ड्राइव करने का जो टाइम है नॉन से अपलीगा नहीं अप्लाई होगा। ई कंडुचेंट दी विकोली सुई क्वाली ई कोरोनो ताकोग्राफो ड्राइवर गड्डी के उत्ते जिदा कोरोनो ताकोग्राफ हो sia stato sottoposto a revisione periodica जिदी रिवीजन जी है पीरियड वाइज हुई होवे, रिविजिone पीरियड वाइज हुई होवे। कहने पे जरा कानून है दुराता नॉर्माटिवा विजेंटे कहने पे जरा लागू होंदा कानून मटीरिया दुराता मासिमा दी गुइदा मैक्सिमम ड्राइव करने का टाइम नॉन से अपलीगा नहीं अप्लाई होगा। कंडुचेंट दी विकोली गड्डी के ड्राइवर के उत्ते quale कोरोनो ताकोग्राफो sia sottoposto a revisione periodica कि जी पीरियड वाइज रिवीजन होंदी है। रिविजिone करानी लाजमी होंदी है, वो होर कॉन्सैप्ट है, लेकिन यह कानून लागू होंदा है ये बिल्कुल अलग कॉन्सैप्ट है। ठीक है, रिविजिन अपनी थां ते करानी होंदी है। ਇਹਦਾ नहीं मतलब रिविजिन करा ली है तो ਤੁਸੀਂ ਇਹ ਕਾਨੂੰਨ ਨੂੰ ਫਾਲੋ ਨਹੀਂ ਕਰਨਾ ਹੈ ਵੀ 561 12 2006 12 ਚੀ ਨੂੰ ਯਾਨੀ ਕੋਰੋਨਾ ਤਾਕੋਗ੍ਰਾਫ ਯੂਜ਼ ਨਹੀਂ ਕਰਨਾ, ਇਦਾਂ ਚੀਜ਼ਾਂ ਨਹੀਂ ਕਰਨੀਆਂ। ਇਹਦਾ ਉਹਦੇ ਨਾਲ ਕੋਈ ਤਲਕ ਹੀ ਨਹੀਂ ਹੈ। ਇਸ ਕਰਕੇ ਇਹ ਨਿਹਾਇਤ ਫਜ਼ੂਲ ਤਰੀਨ ਗੱਲ ਕੀਤੀ ਨੇ, ਗਲਤ ਕਿਨ पे फाल्स होया। तो लो जी 6 नंबर चैप्टर का पहला पार्ट सी है। तो मेरी हौसला अफजाई के लिए जो वीडियो वधिया लगे भोरा भी वधिया लगती है तो यार लाइक जरूर करा करो, मेरी हौसला अफजाई होवे और शेयर करो उन्होंने बंदियां नूं जिहड़े कहंदे सी जी कोई चीज़ मुश्किल है। अजे भी आसान नहीं होया तो दसो किवें होवेगा तुहाडा आसान है। मिलांगे वीडियो भी, तद तक इजाज़त दिओ, फ़ी अमान अल्लाह।